ਤੁਹਾਨੂੰ ਲੱਗਦਾ ਕਿ ਹਰ ਇੱਕ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਚਾਹੀਦੀ ਹੈ? ਪੜ੍ਹਨੀ ਹੀ ਚਾਹੀਦੀ ਹੈ ਜੀ, ਕਿਉਂਕਿ ਕਲਯੁਗ ਦਾ ਜਿਹੜਾ ਬਹੁਤ ਹੈ, ਕਲਯੁਗ ਦਾ ਜਿਹੜਾ ਬੇੜਾ ਹੈ, ਜਹਾਜ਼ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ। ਅੱਜ ਇੰਨੇ ਕਨਫਲਿਕਟਿੰਗ ਦੌਰ 'ਚ ਕੀ ਤੁਸੀਂ ਹਿੰਦੂ ਵੀਰਾਂ ਨੂੰ ਵੀ ਇਹ ਕਹਿੰਦੇ ਹੋ ਜਾ ਕੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ? ਸਾਡੇ ਲਗਭਗ 30 ਤੋਂ 40% ਹਿੰਦੂ ਅੱਜ ਦੀ ਡੇਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਪੜ੍ਹਦੇ ਨੇ। ਪਹਿਲੀ ਪਾਤਸ਼ਾਹੀ ਨੇ ਜੋ ਆਰਤੀ ਲਿਖੀ ਜੀ, ਉਸ ਦੀ ਪੂਰੀ ਦੁਨੀਆ 'ਚ ਮਹਿਮਾ ਹੈ। ਗੁਰੂ ਸਾਹਿਬ ਕਹਿੰਦੇ ਆ, ਗगन में थाल रव चंद दीपक बने तारका मंडल जनक मोती। एक गैलेक्सी नहीं, करोड़ों गैलेक्सीज हैं। गुरु साहब ने उन्होंने मंडल कहता, ग्रुप्स ऑफ गैलेक्सीज। बिल्कुल। टिक्का क्यों लाया जाता? कहना कंठे माला जीवा राम सहस नाम ले ले करूं सलाम। ये भी लिखे ना, मत्थे तिलक हथ माला बना लोगन राम खिलौना जान। परमात्मा सब कुछ जानता है, वो इन्हां दी कदर करते हैं। एक गले च जो पाया दी की सिग्निफिकेंस है? तुसी जिहड़ा ये माला पाई है, शुरू च माला इसलिए माला फेरी जाती है ताकि साडा ध्यान बार बार भटकदा है, फिर असीं ध्यान लैंदे हां, भटकदा फिर ध्यान लैंदे। ये प्रैक्टिस है। वेदां शास्त्रां ग्रंथां दा कोई निचोड़ है तो श्री गुरु ग्रंथ साहब है। कीता पसाओ एका कवाओ, कि वो शब्द ने, उस नाम ने ये दुनिया की रचना की। ਜਿਹੜੇ ਅਨਹਦ ਨਾਦ ਦੀ ਅਸੀਂ ਗੱਲ ਕਰਦੇ। बिल्कुल बिल्कुल अनहद नाद। और हिंदुइज्म भी यही बिलीव करता है। बिल्कुल यही बिलीव करता है। गुरु साहब ने बिल्कुल दावे नाल एक गल कही है कि ये संसार तद तक चलता है जब तक इस च शब्द है, इस च नाम है। जिद्दन नाम निकल गया संसार खत्म हो जाना है। ਸਰਬ ਰੋਗ ਕਾ ਔਖਦ ਨਾਮ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਵਾਕਈ ਸਾਡੇ ਬਹੁਤ ਸਾਰੇ ਰੋਗ, ਦੁਨਿਆਵੀ ਜਿਹੜੇ ਰੋਗ ਨੇ, ਉਹ ਨਾਮ ਨਾਲ ਠੀਕ ਹੋ ਸਕਦੇ? ਨਾਮ ਜਿਹੜਾ ਹੈ ਇਹ ਸਦੀਵੀ ਸੁੱਖ ਦੇਣ ਵਾਲਾ ਹੈ, ਕਿਉਂਕਿ ਸ਼ਬਦ ਜਿਹੜਾ ਸੁਣਦਾ ਹੈ, ਸ਼ਬਦ ਨਾਲ ਜੁੜਦਾ ਹੈ, ਉਹ ਸੈਂਸੀਬਲ ਹੋ ਜਾਂਦਾ ਹੈ, ਉਹਨੂੰ ਸਾਰੇ ਤਰ੍ਹਾਂ ਦਾ ਗਿਆਨ ਹੋ ਜਾਂਦਾ ਹੈ। ਫਿਰ ਉਹ ਸਰੀਰ ਨੂੰ ਕਿਵੇਂ ਅਸੀਂ ਸੰਭਾਲਣਾ ਹੈ, ਸਰੀਰ ਦੇ ਦੁੱਖ ਕਿਵੇਂ ਦੂਰ ਕਰਨੇ ਆ, ਉਸ ਦਾ ਵੀ ਗਿਆਨ ਗੁਰਾਂ ਨੇ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਬਹੁਤ ਅੱਛੀ ਤਰ੍ਹਾਂ ਦਿੱਤਾ ਹੈ। ਕਿ ਇੱਕ ਪਾਸੇ ਤਾਂ ਉਹ ਹੈ ਕਿ ਦੁਨੀਆ ਪਰਮਾਤਮਾ ਦਾ ਨਾਮ ਜਪਣ ਵਾਸਤੇ ਜੰਗਲਾਂ 'ਚ ਜਾਂਦੀ ਹੈ, ਘਰ ਛੱਡਦੀ ਹੈ, ਜਲ ਪਾਣੀ ਤਿਆਗਦੀ ਹੈ, ਭੋਜਨ ਤਿਆਗਦੀ ਹੈ। ਗੁਰੂ ਸਾਹਿਬ ਨੇ ਕਿਹਾ ਕਿ ਗ੍ਰਸਥ 'ਚ ਰਹੋ, ਜਲ ਪਾਣੀ ਵੀ ਛਕੋ। ਕਿਸੇ ਵੀ ਧਰਮ ਗ੍ਰੰਥ 'ਚ, ਚਾਰੇ ਵੇਦਾਂ 'ਚ, शास्त्रां च, पुराणां च, गीता भी एक पुराण है, इन्हां विच इस तरह की कोई सिक्ख्या नहीं दी गई। सिख प्रचारकां कोलों सिक्खी दी वडियाई बहुत वार सुनी है, हर रोज़ सुनते हैं और चंगा भी लगता है। पर खूबसूरती ये है कि जदों असीं भारत च रहिंदे हां तां इस मुल्क दे विच ਇੱਕ ਦੂਜੇ ਨਾਲ ਮੋਹ ਮੁਹੱਬਤ ਇੰਨੀ ਵੱਧ ਜੇ ਕਿ ਇੱਕ ਦੂਜੇ ਦੇ ਗ੍ਰੰਥਾਂ ਦੀਆਂ ਚੰਗਿਆਈਆਂ ਤੇ ਉਹਦਾ ਜ਼ਿਕਰ ਅਸੀਂ ਆਪ ਮੁਹਾਰੇ ਕਰਨ ਲੱਗੀਏ। ਐਸੀ ਇੱਕ ਸ਼ਖਸੀਅਤ ਹੈ ਸਵਾਮੀ ਰਾਜੇਸ਼ਵਰਾਨੰਦ ਜੀ, ਜਿਹੜੇ ਅਕਸਰ ਹੀ ਸਿੱਖੀ ਦੀ ਵਡਿਆਈ ਕਰਦੇ, ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਕਰਦੇ ਨਜ਼ਰ ਆਉਂਦੇ ਹੈ, ਧਾਰਮਿਕ ਸਟੇਜਾਂ ਦੇ ਉੱਤੇ, ਦੀਵਾਨਾਂ ਦੇ ਵਿੱਚ। ਔਰ ਖਾਸ ਤੌਰ ਤੇ ਬਹੁਤ ਸਾਰੇ ਐਸੇ ਸਿੱਖ ਪ੍ਰਚਾਰਕ ਨੇ ਜੋ ਇਹਨਾਂ ਨੂੰ ਸਤਿਕਾਰ ਨਾਲ ਆਪ ਕਹਿੰਦੇ ਕਿ ਸਾਡਾ ਸਮਾਂ ਤੁਸੀਂ ਲਓ ਔਰ ਤੁਸੀਂ ਗੱਲ ਕਰੋ। ਇਹ ਰੂਹ ਦੀ ਖੁਰਾਕ ਹੈ ਗੁਰਬਾਣੀ, ਔਰ ਇਸ ਰੂਹ ਦੀ ਖੁਰਾਕ ਬਾਰੇ ਅੱਜ, ਜੀਵਨ ਦੀ ਤਬਦੀਲੀ ਬਾਰੇ, ਨੇਚਰ ਬਾਰੇ ਗੱਲਬਾਤ ਕਰਾਂਗੇ। ਸਵਾਮੀ ਰਾਜੇਸ਼ਵਰਾਨੰਦ ਜੀ ਸਾਡੇ ਨਾਲ ਨੇ। ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਮੀ ਜੀ, ਮੇਰੇ ਖਿਆਲ ਇਹ ਪਹਿਲੀ ਵਾਰ ਹੋਣਾ ਹੈ ਕਿ ਮੈਂ ਕਿਸੇ ਐਸੇ ਮਹਾਂਪੁਰਖ ਦੀ ਇੰਟਰਵਿਊ ਕਰ ਰਿਹਾ ਜੋ ਹਿੰਦੂ ਧਰਮ ਦੇ ਵਿੱਚ ਰਹਿ ਕੇ ਔਰ ਪ੍ਰਚਾਰ ਸਿੱਖੀ ਦਾ ਕਰ ਰਹੇ ਹੋ। ਇਹ ਥਾਟ ਤੁਹਾਡੇ ਜ਼ਿਹਨ 'ਚ ਕਿਉਂ ਆਇਆ? ਇਹ ਥਾਟ ਇਸ ਲਈ ਆਇਆ ਕਿ ਮੈਂ ਪਿਛਲੇ 10 ਸਾਲ ਤੋਂ ਬਹੁਤ ਸਾਰੇ ਗੁਰਸਿੱਖਾਂ ਨੂੰ, ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਔਰ ਖਾਸ ਕਰ ਗੁਰੂ ਘਰਾਂ 'ਚ ਜਾਣਾ ਸ਼ੁਰੂ ਕੀਤਾ। ਜਿਉਂ-ਜਿਉਂ ਮੈਂ ਬਾਣੀ ਅੰਤ ਕਰਨ ਤੋਂ ਆਪਣੇ ਹਿਰਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕੀਤੀ तो मैंने पता लग्या कि अगर वेदां शास्त्रां ग्रंथां का कोई निचोड़ है
ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਾਸ਼ਾ ਹੈ ਗੁਰਮੁਖੀ, ਜਿਹਨੂੰ ਅਸੀਂ ਅੱਜ ਪੰਜਾਬੀ ਵੀ ਕਹਿ ਲਈਏ ਜੀ, ਉਹ ਇੰਨੀ ਸਰਲ ਹੈ, ਉਸ ਨੂੰ ਸਮਝਣਾ ਬੜਾ ਆਸਾਨ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈ ਕੇ ਅਸੀਂ ਆਪਣੇ ਜੀਵਨ ਨੂੰ ਆਸਾਨੀ ਨਾਲ ਬਦਲ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਦ ਆਪ ਜੀ ਦੇਖਦੇ ਹੋ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਬੜੇ ਇਸ ਤੋਂ ਸਾਨੂੰ ਇੱਕ ਸਿੱਧ ਸਿੱਖ ਲੈਣ ਦੀ ਜ਼ਰੂਰਤ ਹੈ ਕਿ ਗੁਰੂ ਸਾਹਿਬ ਕਹਿੰਦੇ ਹਨ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣੋਂ ਕੋ ਸਾਂਝਾ। ਜੀ, ਗੁਰੂ ਸਾਹਿਬ ਨੇ ਕੋਈ ਵਿਤਕਰਾ ਨਹੀਂ ਕੀਤਾ। ਗੁਰੂ ਸਾਹਿਬ ਕਹਿੰਦੇ, ਗੁਰਾਂ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਲੇਕਿਨ ਇਸ ਤੋਂ ਅੱਗੇ ਵੱਧ ਕੇ ਇੱਕ ਵਿਸ਼ੇਸ਼ ਗੱਲ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਜਿਸ ਨੂੰ ਸਮਝ ਕੇ ਮੇਰਾ ਜੀਵਨ ਬਦਲ ਗਿਆ, ਉਹ ਇਹ ਸੀ ਕਿ ਮੈਂ ਇੱਕ ਡਾਕਟਰ ਹਾਂ ਔਰ ਬਹੁਤ ਸਾਰੇ ਮਰੀਜ਼ਾਂ ਦੇ ਨਾਲ ਲਾਇਲਾਜ ਰੋਗ ਜਿਹੜੇ ਹੈ ਉਹ ਲੈ ਕੇ ਲੋਕ ਮੇਰੇ ਕੋਲ ਆਉਂਦੇ ਸੀ। ਪੇਸ਼ੇ ਤੋਂ ਡਾਕਟਰ ਹੋ ਤੁਸੀਂ? ਪੇਸ਼ੇ ਤੋਂ ਮੈਂ ਡਾਕਟਰ ਹਾਂ। ਜਦ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹਦਾ ਸੀ ਤੇ ਮੈਨੂੰ ਇਹ ਲੱਗਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਨੂੰ ਆਯੁਰਵੈਦ ਦੀ ਸਿੱਖਿਆ ਦੇ ਰਿਹਾ। ਜਿਹੜਾ ਅਸੀਂ ਆਯੁਰਵੈਦ ਦੇ ਗ੍ਰੰਥਾਂ 'ਚ ਪੜ੍ਹਿਆ, ਉਹ ਸਾਰੀ ਦੀ ਸਾਰੀ ਸਿੱਖਿਆ ਬੜੇ ਸੌਖੇ ਢੰਗ ਨਾਲ ਗੁਰੂ ਸਾਹਿਬ ਸਾਨੂੰ ਦੇ ਰਹੇ ਹਨ। ਜਿਸ ਤਰ੍ਹਾਂ ਸਾਡੇ ਆਯੁਰਵੈਦ 'ਚ ਕਿਹਾ ਗਿਆ, ਕਸ਼ਿਤੀ ਜਲ ਪਾਵਕ ਗਗਨ ਸਮੀਰਾ, ਪੰਜ ਤਾਤੇ ਰਚ ਸਰੀਰਾ, ਕਿ ਸਾਡਾ ਸਰੀਰ ਇਹ ਪੰਜ ਤੱਤਾਂ ਨੂੰ ਮਿਲ ਕੇ ਬਣਿਆ ਹੈ। ਨੌਵੇਂ ਪਾਤਸ਼ਾਹ ਵੀ ਕਹਿ ਰਹੇ ਹੈ, ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਪੰਜੇ ਤੱਤ ਜਿਹੜੇ ਹੈ ਇਹ ਮਿਲ ਕੇ ਕਿਵੇਂ ਰਹਿੰਦੇ ਆ। ਇਹ ਸਾਡੇ ਗ੍ਰੰਥਾਂ 'ਚ ਲਿਖਿਆ ਹੈ ਕਿ ਇਹ ਪੰਜੇ ਤੱਤਾਂ ਨੂੰ ਓਮ, ਅਨਹਦ ਨਾਦ ਜਾਂ ਕੋਈ ਦਿਵਯ ਧੁਨੀ, ਕੋਈ ਐਸੀ ਆਵਾਜ਼ ਹੈ ਪ੍ਰਮਾਤਮਾ ਦੀ ਜਿਹੜੀ ਪੰਜਾਂ ਨੂੰ ਬੰਨ੍ਹ ਲੈਂਦੀ ਹੈ, ਤਾਂ ਇਹ ਬ੍ਰਹਮੰਡ ਚੱਲਦਾ ਹੈ ਔਰ ਤਾਂ ਹੀ ਸਾਡਾ ਸਰੀਰ ਚੱਲਦਾ। ਗੁਰਬਾਣੀ ਕੀ ਕਹਿੰਦੀ ਇਹਦੇ ਤੇ? ਗੁਰਬਾਣੀ ਕਹਿੰਦੀ, ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਗਾਸ, ਸਗਲ ਸ੍ਰਿਸ਼ਟ ਸ਼ਬਦ ਕੈ ਪਾਛੈ, ਨਾਨਕ ਸ਼ਬਦ ਘਟੇ ਘਟਾਛੈ। ਬਾਣੀ ਕਹਿੰਦੀ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਫਿਰ ਬਾਣੀ ਕਹਿੰਦੀ ਹੈ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੇਂ ਨਾਹੀ ਕੋਈ ਠਾਓ। ਪਹਿਲੇ ਪਾਤਸ਼ਾਹ ਕਹਿੰਦੇ ਆ, ਕੀਤਾ ਪਸਾਓ ਏਕਾ ਕਵਾਓ, ਕਿ ਉਹ ਸ਼ਬਦ ਨੇ, ਉਸ ਨਾਮ ਨੇ ਇਹ ਦੁਨੀਆ ਦੀ ਰਚਨਾ ਕੀਤੀ ਹੈ। ਜਿਹੜੇ ਅਨਹਦ ਨਾਦ ਦੀ ਅਸੀਂ ਗੱਲ ਕਰਦੇ, ਬਿਲਕੁਲ 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 ਅਨਹਦ ਨਾਦ। ਔਰ ਹਿੰਦੂਇਜ਼ਮ ਵੀ ਇਹੀ ਬਿਲੀਵ ਕਰਦਾ ਹੈ। ਬਿਲਕੁਲ ਇਹੀ ਬਿਲੀਵ ਕਰਦਾ ਹੈ ਕਿ ਸਭ ਕੁਝ ਓਮ ਧਵਨੀ ਤੋਂ ਪੈਦਾ ਹੋਇਆ, ਇਹ ਕਿਹਾ ਜਾਂਦਾ ਹੈ। ਲੇਕਿਨ ਉਸ ਨੂੰ ਗੁਰੂ ਸਾਹਿਬ ਨੇ ਸ਼ਬਦ ਕਿਹਾ, ਇੱਕ ਓਂਕਾਰ ਕਿਹਾ, ਉਸ ਨੂੰ ਅਨਹਦ ਨਾਦ ਕਿਹਾ। ਜਿਸ ਤਰ੍ਹਾਂ ਗੁਰੂ ਸਾਹਿਬ ਦੀ ਅਗਰ ਆਪਾਂ ਬਾਣੀ ਪੜ੍ਹਦੇ ਹਾਂ, ਉਹਨਾਂ ਨੇ ਸਭ ਕੁਝ ਇਸੇ ਨੂੰ ਮੰਨਿਆ। ਆਪਾਂ ਆਰਤੀ ਪੜ੍ਹਦੇ ਹਾਂ, ਕੈਸੀ ਆਰਤੀ ਹੋਵੇ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਪੇਰੀ। ਗੁਰੂ ਸਾਹਿਬ ਨੇ ਬਿਲਕੁਲ ਦਾਅਵੇ ਨਾਲ ਇੱਕ ਗੱਲ ਕਹੀ ਹੈ ਕਿ ਇਹ ਸੰਸਾਰ ਤਦ ਤੱਕ ਚੱਲਦਾ ਜਦ ਤੱਕ ਇਸ 'ਚ ਸ਼ਬਦ ਹੈ, ਇਸ 'ਚ ਨਾਮ ਹੈ। ਜਿੱਦਾਂ ਨਾਮ ਨਿਕਲ ਗਿਆ, ਸੰਸਾਰ ਖਤਮ ਹੋ ਜਾਣਾ। ਗੁਰੂ ਸਾਹਿਬ ਤੁਸੀਂ ਕਹਿ ਰਹੇ ਹੋ ਜਿਹੜੇ ਪੰਜ ਤੱਤਾਂ ਤੋਂ ਸਰੀਰ ਬਣਿਆ ਹੈ, ਉਸ ਨੂੰ ਉਹ ਜਿਹੜਾ ਅਨਹਦ ਨਾਦ ਹੈ ਉਹ ਬੰਨ ਕੇ ਰੱਖਦਾ ਜੀ, ਉਹੀ ਚਲਾਇਮਾਨ ਕਰਦਾ, ਚਲਾਉਂਦਾ। ਦੇਖੋ ਬਾਣੀ ਕੀ ਕਹਿੰਦੀ ਹੈ, ਬਾਣੀ 'ਚ ਬਹੁਤ ਸੁੰਦਰ ਢੰਗ ਨਾਲ ਇਹਦੀ ਵਿਆਖਿਆ ਕੀਤੀ ਹੈ। ਬਾਣੀ ਕਹਿੰਦੀ ਹੈ, ਨਾਮੋ ਉਪਜੈ ਨਾਮੋ ਬਿਨਸੈ, ਉਤਪਤ ਪਰਲੋ ਸ਼ਬਦੈ ਹੋਵੇ। ਕਹਿੰਦਾ ਉਤਪਤੀ ਵੀ ਸ਼ਬਦ ਤੋਂ ਹੁੰਦੀ ਹੈ, ਪਰਲੋ ਵੀ ਸ਼ਬਦ ਤੋਂ ਹੁੰਦੀ ਹੈ। ਜਦ ਸ਼ਬਦ ਨਿਕਲ ਜਾਏਗਾ, ਪਰਲੋ ਆ ਜਾਏਗੀ, ਔਰ ਜਦ ਤੱਕ ਸ਼ਬਦ ਹੈ ਤਦ ਤੱਕ ਇਹ ਜੀਵਨ ਚੱਲੇਗਾ, ਚਾਹੇ ਸਾਡਾ ਸਰੀਰ ਹੋਵੇ, ਚਾਹੇ ਬ੍ਰਹਮੰਡ ਹੋਵੇ। ਤਾਂ ਜਿੰਨੀ ਦੇਰ ਮੈਂ ਜੇ ਇਹਨੂੰ ਥੋੜਾ ਜਿਹਾ ਦੁਨਿਆਵੀ ਭਾਸ਼ਾ 'ਚ ਲੈ ਕੇ ਜਾਣਾ ਗੱਲ ਨੂੰ, ਮੈਂ ਮੰਨ ਕੇ ਚੱਲਦਾ ਕਿ ਸਰੀਰ ਇੱਕ ਮਸ਼ੀਨ ਹੈ ਜੀ। ਹੁਣ ਇਸ ਮਸ਼ੀਨ 'ਚ ਪ੍ਰੋਬਲਮਸ ਵੀ ਆਉਣੀਆਂ ਜੀ। ਜਦੋਂ ਇਹਨੇ ਚੱਲਣਾ ਹੈ ਤਾਂ ਇਹਨੇ ਤੇਲ ਪਾਣੀ ਮੰਗਣਾ ਹੈ, ਸਭ ਕੁਝ ਹੈ। ਤਾਂ ਜੇ ਇਹ ਬਣੀ ਵੀ ਉਸ ਨਾਮ ਤੋਂ ਹੈ, ਇਹਨੇ ਮੁੱਕਣਾ ਸਮਾਣਾ ਵੀ ਉਸ ਨਾਮ 'ਚ ਹੈ, ਤਾਂ ਜਿੰਨੀ ਦੇਰ ਇਹ ਸਰੀਰ ਚੱਲ ਰਿਹਾ, ਜਿਹੜੀਆਂ ਇਹਦੀਆਂ ਸਮੱਸਿਆਵਾਂ ਨੇ, ਉਹਦਾ ਹੱਲ ਵੀ ਉਸ ਨਾਮ 'ਚ ਪਿਆ, ਉਸ ਨਾਮ 'ਚ ਪਿਆ। ਇਸ ਲਈ ਬਾਣੀ ਕਹਿੰਦੀ ਹੈ, ਸਰਬ ਰੋਗ ਕਾ ਔਖਦ ਨਾਮ। ਬਾਣੀ 'ਚ ਕਿਹਾ ਗਿਆ, ਦੇਖੋ ਆਪ ਜੀ ਇੱਕ ਸ਼ਬਦ ਆਪਾਂ ਪੜ੍ਹਦੇ ਨੌਵੇਂ ਪਾਤਸ਼ਾਹੀ ਦਾ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ, ਗਣਕਾ ਹੂ ਗਤ ਪਾਈ,
पंचाली को राज सभा में राम नाम सुध आई, ताको दुख हरियो करना मैं अपनी पेज बढ़ाई। जद ਅਸੀਂ ਉਸ ਰਾਮ ਨਾਮ ਨੂੰ ਯਾਦ ਕਰਦੇ ਹਾਂ ਤੇ ਸਾਡੀ ਲਾਜ ਪਰਮਾਤਮਾ ਜ਼ਰੂਰ ਰੱਖਦਾ ਹੈ, ਪਰ ਸ਼ਰਤ ਇਹ ਹੈ ਕਿ ਅਸੀਂ ਨਾਮ ਨੂੰ ਅੰਤ ਕਰਨ ਤੋਂ ਸੱਚੇ ਮਨ ਤੋਂ ਯਾਦ ਕਰੀਏ। ਮੈਨੂੰ ਇੱਕ ਬਾਣੀ ਦਾ ਸ਼ਬਦ ਯਾਦ ਆ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਆ, ਮੈਂ ਰਵੰਨੜੀ ਸਭ ਜਗ ਰੁੰਨਾ, ਰੁੰਨੜੇ ਬਣੋ ਪਖੇਰੂ, ਇੱਕ ਨਾ ਰੁੰਨਾ ਮੇਰੇ ਮਨ ਕਾ ਬਿਰਹਾ, ਜਿਨਾ ਪਿਆ ਵਿਛੋੜੂ। कि मेरा जो परमात्मा है मेरे तो इसलिए विछड़िया कि मेरा मन सच्चे दिल तो नहीं रुंदा। जिस दिन मन च विरह पैदा होएगी उस नाम दे लई, उस प्रभु दे शब्द दे लई, ते साडे सारे रोग खत्म हो जाणगे। ਤੁਸੀਂ ਕੈਮਰੇ ਤੋਂ ਪਹਿਲਾਂ ਇਹ ਜ਼ਿਕਰ ਕਰ ਰਹੇ ਸੀ ਕਿ ਭਾਵੇਂ ਤੁਸੀਂ ਡਾਕਟਰ ਹੋ, ਡਾਕਟਰੀ ਦੀ ਜਿਹੜੀ ਦੁਨਿਆਵੀ ਪੜ੍ਹਾਈ ਉਹ ਵੀ ਕੀਤੀ ਹੈ ਤੁਸੀਂ, ਪਰ ਬਹੁਤ ਸਾਰੇ ਰੋਗ ਨੇ ਜਿਹੜੇ ਸਿਰਫ ਇਸ ਨਾਮ ਦੇ ਨਾਲ ਠੀਕ ਹੁੰਦੇ ਆ, ਜਿਵੇਂ ਸਰਬ ਰੋਗ ਕਾ ਔਖਦ ਨਾਮ ਤੁਸੀਂ ਜ਼ਿਕਰ ਕਰ ਰਹੇ ਸੀ। ਕੀ ਵਾਕਿਆ ਹੀ ਸਾਡੇ ਬਹੁਤ ਸਾਰੇ ਰੋਗ, ਦੁਨਿਆਵੀ ਜਿਹੜੇ ਰੋਗ ਨੇ ਉਹ ਨਾਮ ਨਾਲ ਠੀਕ ਹੋ ਸਕਦੇ ਆ? ਮੇਰਾ ਵੀ ਮੰਨਣਾ ਹੈ ਜੀ ਕਿ ਨਾਮ ਜਿਹੜਾ ਹੈ ਇਹ ਸਦੀਵੀ ਸੁੱਖ ਦੇਣ ਵਾਲਾ ਹੈ, ਕਿਉਂਕਿ ਸਾਡਾ ਜਿਹੜਾ ਜੀਵਨ ਹੈ ਉਹ 100 ਸਾਲ ਦਾ, 70 ਸਾਲ ਦਾ, 80 ਸਾਲ ਦਾ, ਉਹ ਖਤਮ ਹੋ ਜਾਣਾ। ਆਪਣੇ ਭਗਤ ਸਾਡੇ ਫਰੀਦ ਜੀ ਹੋਏ, ਉਹਨਾਂ ਨੇ ਕਿਹਾ ਜੇ 100 ਵਰ੍ਹਿਆਂ ਜੀਵਣਾ ਭੀ ਧਨ ਹੋਸੀ ਖੇ, ਸਰੀਰ ਤੇ ਖਤਮ ਹੋਣਾ। ਇਸ ਲਈ ਸੰਤਾਂ ਨੇ ਜ਼ਿਆਦਾ ਵਡਿਆਈ ਨਾਮ ਦੀ ਕੀਤੀ ਹੈ, ਸ਼ਬਦ ਦੀ ਕੀਤੀ ਹੈ, ਜਿਹੜਾ ਸਾਨੂੰ ਸਦਾ ਦੇ ਲਈ ਉਸ ਪਰਮਾਤਮਾ ਨਾਲ ਅਭੇਦ ਕਰ ਦਿੰਦਾ ਹੈ। ਪਰ ਸ਼ਬਦ ਜਿਹੜਾ ਸੁਣਦਾ ਹੈ, ਸ਼ਬਦ ਨਾਲ ਜੁੜਦਾ ਹੈ, ਉਹ ਸੈਂਸੀਬਲ ਹੋ ਜਾਂਦਾ ਹੈ, ਉਹਨੂੰ ਸਾਰੇ ਤਰ੍ਹਾਂ ਦਾ ਗਿਆਨ ਹੋ ਜਾਂਦਾ ਹੈ। ਫਿਰ ਉਹ ਸਰੀਰ ਨੂੰ ਕਿਵੇਂ ਅਸੀਂ ਸੰਭਾਲਣਾ ਹੈ, ਸਰੀਰ ਦੇ ਦੁੱਖ ਕਿਵੇਂ ਦੂਰ ਕਰਨੇ ਹੈ, ਉਸ ਦਾ ਵੀ ਗਿਆਨ ਗੁਰਾਂ ਨੇ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਬਹੁਤ ਅੱਛੀ ਤਰ੍ਹਾਂ ਦਿੱਤਾ ਹੈ। ਜੋ ਗਿਆਨ ਸਾਡੇ ਆਯੁਰਵੈਦ ਦੇ ਗ੍ਰੰਥਾਂ 'ਚ ਹੈ, ਜੋ ਗਿਆਨ ਸਾਡੀ ਗੀਤਾ ਦੇ ਅੰਦਰ ਸਮਾਇਆ ਹੋਇਆ, ਉਹ ਗਿਆਨ ਸਾਰੇ ਦਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ। ਬਹੁਤ ਸਾਰੀਆਂ ਕਨਫਲਿਕਟਿੰਗ ਗੱਲਾਂ ਨੇ ਕਿ ਇੱਕ ਪਾਸੇ ਤਾਂ ਉਹ ਹੈ ਕਿ ਦੁਨੀਆ ਪਰਮਾਤਮਾ ਦਾ ਨਾਮ ਜਪਣ ਵਾਸਤੇ ਜੰਗਲਾਂ 'ਚ ਜਾਂਦੀ ਹੈ, ਘਰ ਛੱਡਦੀ ਹੈ, ਜਲ ਪਾਣੀ ਤਿਆਗਦੀ ਹੈ, ਭੋਜਨ ਤਿਆਗਦੀ ਹੈ। ਗੁਰੂ ਸਾਹਿਬ ਨੇ ਕਿਹਾ ਕਿ ਗ੍ਰਸਥ 'ਚ ਰਹੋ, ਜਲ ਪਾਣੀ ਵੀ ਛਕੋ। ਇਸ ਡਿਫਰੈਂਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਜੋ ਆਪ ਜੀ ਕਹਿ ਰਹੇ ਹੋ, ਇਹ ਬਹੁਤ ਸਾਰੇ ਪ੍ਰਚਾਰਕ ਜਿਹੜੇ ਪੈਦਾ ਹੁੰਦੇ ਹਨ ਹਰ ਧਰਮ ਵਿੱਚ, ਇਹ ਉਹਨਾਂ ਦੁਆਰਾ ਕਿਹਾ ਗਿਆ। ਕਿਸੇ ਵੀ ਧਰਮ ਗ੍ਰੰਥ 'ਚ, ਚਾਰੇ ਵੇਦਾਂ 'ਚ, ਸ਼ਾਸਤਰਾਂ 'ਚ, ਪੁਰਾਣਾਂ 'ਚ, ਗੀਤਾ ਵੀ ਇੱਕ ਪੁਰਾਣ ਹੈ, ਇਹਨਾਂ ਵਿੱਚ ਇਸ ਤਰ੍ਹਾਂ ਦੀ ਕੋਈ ਸਿੱਖਿਆ ਨਹੀਂ ਦਿੱਤੀ ਗਈ ਕਿ ਘਰ ਛੱਡ ਕੇ ਜਾਓ ਜਾਂ ਜੰਗਲਾਂ 'ਚ ਚਲੇ ਜਾਓ। ਕ੍ਰਿਸ਼ਨ ਭਗਵਾਨ ਨੇ ਕਿਹਾ, ਮੈਂ ਉਸ ਨੂੰ ਯੋਗੀ ਨਹੀਂ ਕਹਿੰਦਾ ਜੋ ਘਰ-ਬਾਰ ਛੱਡ ਕੇ ਸੁਸਾਇਟੀ ਤੇ ਬੋਝ ਬਣ ਜਾਂਦਾ ਹੈ। ਮੈਂ ਯੋਗੀ ਉਸ ਨੂੰ ਕਹਿੰਦਾ ਜਿਹੜੇ ਆਪਣੇ 9 ਦਵਾਰ ਖਾਲੀ ਕਰਕੇ ਇੱਥੇ ਪਰਮਾਤਮਾ ਦਾ ਗੀਤ ਸੁਣਦਾ ਹੈ, ਉਸੇ ਨੂੰ ਗੀਤਾ ਕਿਹਾ ਗਿਆ। ਇਹੀ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਕਹਿੰਦੇ ਜੈਸੇ ਜਲ ਮਹਿ ਕਮਲ ਨਿਰਾਲਮ, ਮਰਗਾਈ ਪੰਖ ਨਿਸ਼ਾਨੈ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਨੈ। ਕਿ ਸੰਸਾਰ ਦੇ ਸਾਰੇ ਕੰਮ ਕਰੋ, ਉਚਿਤ ਆਹਾਰ ਔਰ ਵਿਵਹਾਰ ਦੀ ਗੱਲ ਕੀਤੀ ਗਈ ਹੈ, ਆਹਾਰ ਦੀ ਗੱਲ ਕੀਤੀ ਗਈ ਹੈ। ਬਹੁਤ ਜ਼ਿਆਦਾ ਖਾਣਾ ਔਰ ਘੱਟ ਖਾਣਾ, ਇਹ ਦੋਵੇਂ ਸਾਡੇ ਸਰੀਰ ਲਈ ਅੱਛੇ ਨਹੀਂ ਹੈ। ਇਹ ਅਧਿਆਤਮ ਨਾਲ ਜੁੜੀ ਗੱਲ ਹੈ। ਇਹ ਅਧਿਆਤਮ ਨਾਲ ਜੁੜੀ। ਥੋੜਾ ਐਕਸਪਲੇਨ ਕਰੋਗੇ ਕਿਵੇਂ ਖਾਣਾ ਕਿਵੇਂ ਸਾਡੇ ਅਸਰ ਕਰ ਰਿਹਾ ਅਧਿਆਤਮ ਦੇ? ਮੈਂ ਉਹੀ ਗੱਲ ਕਰਦਾ। ਆਪਾਂ ਗੁਰੂ ਸਾਹਿਬ ਦਾ ਇੱਕ ਸ਼ਬਦ ਲੈ ਕੇ ਗੱਲ ਸ਼ੁਰੂ ਕਰਦੇ ਜੀ, ਔਰ ਇਹੀ ਡਾਕਟਰੀ ਦਾ ਸਾਰ ਹੈ। ਡਾਕਟਰੀ ਦਾ ਸਾਰ ਹੈ। ਡਾਕਟਰੀ ਦਾ ਸਾਰ। ਗੁਰੂ ਸਾਹਿਬ ਕਹਿੰਦੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਕਹਿੰਦੇ ਜਿਹੜਾ ਖਾਣਾ ਤੁਸੀਂ ਹੋਰ ਖਾਣਾ, ਹੋਰ ਖਾਣੇ ਤੋਂ ਭਾਵ ਹੈ ਆਪਣੀ 3 ਤਰ੍ਹਾਂ ਦੀ ਤਸੀਰ ਹੈ, ਜਿਹੜੀ ਆਪਾਂ ਗੱਲ ਕਰ ਰਹੇ ਕਿ ਪੰਜੇ ਤੱਤਾਂ ਨੂੰ ਨਾਮ ਬੰਨ ਲੈਂਦਾ ਹੈ। ਜਦ ਪੰਜੇ ਤੱਤ ਬੰਨੇ ਜਾਂਦੇ ਆ ਤੇ ਸਾਡੇ ਅੰਦਰ 3 ਤਰ੍ਹਾਂ ਦੀਆਂ ਊਰਜਾਵਾਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵਾਤ ਪਿੱਤ ਕਫ, ਪੈਦਾ ਹੋ ਜਾਂਦੇ ਆ ਔਰ ਸਰੀਰ ਦੇ ਸਾਰੇ ਕੰਮ ਵਾਤ ਪਿੱਤ ਕਫ ਕਰਦੇ ਆ, ਜਿਨ੍ਹਾਂ ਨੂੰ ਅਧਿਆਤਮ 'ਚ ਕਹਿੰਦੇ ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਸਭ ਤੇਰੀ ਮਾਇਆ। ਇਹ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ। ਔਰ ਗੀਤਾ ਕਹਿੰਦੀ ਹੈ ਰਜ ਤਮ ਸਤ ਇਤੀ ਗੁਣਾ ਪ੍ਰਕਿਰਤੀ ਸੰਭਵਾ, ਕਿ ਇਹ ਦੁਨੀਆ ਹੀ 3 ਗੁਣਾਂ ਤੋਂ ਬਣੀ ਹੈ। ਹੁਣ ਰਜ ਗੁਣ ਦਾ ਕੀ ਕੰਮ ਹੈ, ਪਹਿਲਾਂ ਆਪਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਜੀ। ਰਜ ਗੁਣ ਸਾਡੇ ਮਨ ਨੂੰ ਚਲਾਉਂਦਾ ਹੈ, ਸਾਡੇ ਸਰੀਰ ਨੂੰ ਚਲਾਉਂਦਾ ਹੈ। ਅਗਰ ਆਪਾਂ ਸੌਖੇ ਤੌਰ ਤੇ ਉਦਾਹਰਨ ਸਿੱਖਣੀ ਹੈ, ਸਾਡੀ ਗੱਡੀ ਹੈ, ਉਹਦੇ ਟਾਇਰਾਂ 'ਚ ਹਵਾ ਹੈ, ਹਵਾ ਸਾਨੂੰ ਚਲਾ ਰਹੀ ਹੈ। ਜੋ ਵੀ ਚੱਲ ਰਿਹਾ ਮਾਨ ਹੈ, ਜੋ ਚੱਲ ਰਿਹਾ, ਪਰਿਵਹਿਨ ਹੋ ਰਿਹਾ, ਉਹ ਹਵਾ ਹੈ, ਉਹਨੂੰ ਰਜ ਗੁਣ ਕਿਹਾ ਗਿਆ।
ਜੋ ਸਾਡੇ ਸਰੀਰ 'ਚ ਪਰਿਵਰਤਨ ਲੈ ਕੇ ਆਉਂਦਾ ਹੈ, ਬਦਲਦਾ ਹੈ। ਅਸੀਂ ਖਾਣਾ ਖਾਇਆ, ਕੰਪਲੈਕਸ ਫੂਡ, ਉਹ ਸਿੰਪਲ ਹੋ ਗਿਆ। ਅਸੀਂ ਕੁਝ ਵੀ ਖਾ ਰਹੇ ਹਾਂ, ਉਹ ਅਲਟੀਮੇਟਲੀ ਬਦਲ ਕੇ ਖੂਨ ਬਣ ਗਿਆ, ਵਿਰਹ ਬਣ ਗਿਆ, ਮੱਝਾ ਬਣ ਗਿਆ, ਤਾਕਤ ਬਣ ਗਿਆ। ਉਹ ਕਿੱਥੋਂ ਬਣ ਗਿਆ? ਸਾਡੇ ਸਰੀਰ 'ਚ ਰਸ ਬਣਦੇ ਆ ਲੀਵਰ ਤੋਂ, ਉਹਨਾਂ ਨੇ ਬਣਾਤਾ, ਉਹ ਪਿੱਤ ਹੈ। ਤੀਸਰਾ ਕਫ ਹੈ। ਕਫ ਕੀ ਹੈ? ਬੋਡੀ, ਮਿੱਟੀ ਔਰ ਪਾਣੀ। ਜਿੱਦਾਂ ਅਸੀਂ ਮਕਾਨ ਬਣਾ ਲਿਆ, ਮਿੱਟੀ ਪਾਣੀ, ਇਹ ਸਰੀਰ ਦੀ ਹੱਡੀ ਹੈ। ਇਹ 3 ਗੁਣ ਹੈ। ਇਹ ਤਿੰਨੇ ਗੁਣ 5 ਤੱਤਾਂ ਤੋਂ ਬਣੇ ਆ ਸ਼ਬਦ ਦੇ ਸਹਾਰੇ ਨਾਲ। ਹੁਣ ਹਰੇਕ ਇਨਸਾਨ 'ਚ ਇੱਕ ਗੁਣ ਜ਼ਿਆਦਾ ਹੁੰਦਾ ਹੈ। ਅੱਛਾ। ਜਿਹੜੇ ਜਨਵਰੀ ਫਰਵਰੀ 'ਚ ਪੈਦਾ ਹੁੰਦੇ ਉਹਨਾਂ 'ਚ ਹਵਾ ਜ਼ਿਆਦਾ ਹੋ ਜਾਂਦੀ ਹੈ। ਜਦ ਸਾਡਾ ਜੋਤ ਸ਼ਾਸਤਰ ਉਸ ਤੋਂ ਹੀ ਚੱਲਦਾ। ਹੁਣ ਹਵਾ ਵਾਲੇ ਕੀ ਹੁੰਦੇ ਆ? ਬੜੇ ਸਕੀਮੀ, ਬੜੇ ਸੋਹਣੇ, ਬੜੇ ਐਕਟਿਵ, ਬੜੇ ਤੇਜ਼, ਬੜੇ ਚੁਸਤ। ਪਰ ਜੋ ਹਵਾ ਵੱਧਦੀ ਹੈ ਉਹਨਾਂ ਦੇ ਹਵਾ ਰੁਕ ਜਾਂਦੀ ਹੈ, ਕਬਜ਼ ਹੁੰਦੀ ਹੈ ਉਹਨਾਂ ਨੂੰ ਸ਼ੁਰੂ 'ਚ। ਹੁਣ ਕਬਜ਼ ਹੁੰਦੀ ਹੈ, ਗਿਆਨ ਹੈ ਨਹੀਂ, ਗਏ ਡਾਕਟਰ ਕੋਲ, ਦਵਾਈ ਦੇ ਦਿਓ ਜੀ, ਉਹਨੇ ਦਵਾਈ ਦਿੱਤੀ, ਕਬਜ਼ ਠੀਕ ਹੋ ਸਕਦੀ ਹੈ ਟੈਂਪਰੇਰੀ, ਪਰ ਹਵਾ ਠੀਕ ਨਹੀਂ ਹੋਈ। ਹੁਣ ਹਵਾ ਨੇ ਕੀ ਕਰਨਾ ਸੀ? ਸਾਡੀ ਗੰਦਗੀ ਬਾਹਰ ਕੱਢਣੀ ਸੀ, ਤੇ ਉਹ ਹਵਾ ਅਪਾਨ ਵਾਯੂ ਬਣ ਕੇ ਉੱਪਰ ਚੜ੍ਹਨੀ ਸ਼ੁਰੂ ਹੋ ਗਈ। ਕੁਝ ਦਿਨ ਬਾਅਦ ਸਿਰ ਦਰਦ, ਫਿਰ ਡਾਕਟਰ ਕੋਲ ਗਏ, ਮੇਰਾ ਸਿਰ ਦਰਦ ਹੈ ਜੀ। ਡਾਕਟਰ ਨੇ ਫਿਰ ਸਾਨੂੰ ਗੋਲੀ ਦੇ ਦਿੱਤੀ, ਪਰ ਉਹ ਸਾਡੇ ਜੋੜਾਂ 'ਚ ਬਹਿਣੀ ਸ਼ੁਰੂ ਹੋ ਗਈ, ਜੋੜਾਂ 'ਚ ਦਰਦ, ਫਿਰ ਉਹ ਗਠੀਆ, ਫਿਰ ਉਹ ਪੈਰਾਲਾਈਜ਼, ਬ੍ਰੇਨ ਅਟੈਕ ਔਰ ਚਿੰਤਾ, ਅਵਸਾਦ। ਇਹ 80 ਤਰ੍ਹਾਂ ਦੇ ਰੋਗ ਹੁੰਦੇ ਆ ਹਵਾ ਵਿਗੜਨ ਤੋਂ। ਉਹਦਾ ਹੱਲ ਕੀ ਸੀ ਫਿਰ? ਉਹਦਾ ਹੱਲ ਗੁਰੂ ਗ੍ਰੰਥ ਸਾਹਿਬ ਦੱਸ ਰਿਹਾ। ਕੀ ਕਹਿ ਰਿਹਾ? ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੂ ਬਿਗੜ ਨਾ ਕੋਉ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਪਰ ਕੀ ਅਰਦਾਸ ਸਮਝਾਈ ਹੈ? ਸ਼ਬਦ ਦੇ ਸ਼ੁਰੂ 'ਚ ਗੁਰੂ ਸਾਹਿਬ ਕਹਿੰਦੇ ਕਾੜ ਕੁਠਾਰ ਪਿੱਤ ਬਾਤ ਹੰਤਾ। ਵਾਤ ਪਿੱਤ ਕਾ ਬਰਾਬਰ ਕਰਨੇ, ਬਰਾਬਰ ਕਰਨੇ ਆ। ਸਾਡੇ ਅੰਦਰ ਹਵਾ ਵੱਧ ਗਈ ਹੈ, ਕਿਵੇਂ ਬਰਾਬਰ ਕਰੀਏ? ਸਾਡੇ ਬਜ਼ੁਰਗਾਂ ਨੇ ਬਹੁਤ ਸੋਹਣੀ ਕਹਾਵਤ ਦਿੱਤੀ ਹੈ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸਵਾਦੀ। ਬਿਲਕੁਲ ਇਹੀ ਗੁਰੂ ਸਾਹਿਬ ਕਹ ਰਹੇ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੈ ਤਨ ਪੀੜੀ ਹੈ, ਮਨ ਮੈਂ ਚਲੇ ਵਿਕਾਰ। ਹੁਣ ਅਸੀਂ ਪਛਾਣਨਾ ਸੀ ਕਿ ਪਿੱਪਲ ਦੇ ਅੰਦਰ ਕਿਹੜਾ ਗੁਣ ਹੈ? ਹਵਾ ਦਾ ਗੁਣ ਹੈ, ਗਰਮੀ ਦਾ ਗੁਣ ਹੈ, ਠੰਡ ਦਾ ਗੁਣ ਹੈ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਯੂਨੀਵਰਸਿਟੀ ਬਣਾ ਲਈ, ਪਰ ਉੱਥੇ ਇੱਕ ਵੀ ਵਿਦਵਾਨ ਨਹੀਂ ਮਿਲੇਗਾ ਜੋ ਦੱਸ ਸਕੇ ਕਿ ਕੁਦਰਤ ਦਾ ਗੁਣ ਕੀ ਹੈ। ਇੱਕ ਵੀ ਅੱਜ ਕਿਸਾਨ ਨਹੀਂ ਮਿਲੇਗਾ ਜੋ ਦੱਸ ਸਕੇ ਕਿ ਸਾਡੇ ਇਹ ਜੜੀ ਬੂਟੀਆਂ 'ਚ ਕਿਹੜਾ ਕਿਹੜਾ ਗੁਣ ਹੈ। ਪਹਿਲੇ ਸਾਡੀ ਬਜ਼ੁਰਗ ਮਾਤਾਵਾਂ ਦੱਸ ਦਿੰਦੀਆਂ ਸੀ ਕਿ ਹਿੰਗ ਐਵੇਂ ਖਾਣੀ ਹੈ ਜੀ, ਇਸ ਦਾ ਇਹ ਗੁਣ ਹੈ, ਇਹਦੇ ਗੁਣ। ਬਿਲਕੁਲ। ਅਸੀਂ ਆਪਣੀ ਪਰੰਪਰਾਵਾਂ ਤੋਂ ਦੂਰ ਹੁੰਦੇ ਚਲੇ ਜਾ ਰਹੇ ਹਾਂ। ਕੀਰਤਪੁਰ ਸਾਹਿਬ, ਮੈਂ ਹੈਰਾਨ ਹੋ ਗਿਆ ਇਤਿਹਾਸ ਪੜ੍ਹ ਕੇ ਕਿ ਪੂਰੇ ਸੰਸਾਰ ਤੋਂ ਅੰਗਰੇਜ਼ ਲੋਕ ਵੀ ਸਿੱਖਿਆ ਲੈਣ ਆਉਂਦੇ ਸੀ ਜੜੀ ਬੂਟੀਆਂ ਦੀ। ਕੀਰਤਪੁਰ ਸਾਹਿਬ। ਲੇਕਿਨ ਉਹ ਧਰੋਹਰ ਅਸੀਂ ਖਤਮ ਕਰਤੀ। ਗੁਰੂ ਹਰਿਰਾਏ ਸਾਹਿਬ ਜਿਨ੍ਹਾਂ ਨੇ ਬਾਗ ਲਾਏ, ਜੰਗਲ ਲਾਏ, ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਕੁਦਰਤ ਦੇ ਨਾਲ ਜੁੜੋ। ਅਸੀਂ ਪੜ੍ਹਨ ਨੂੰ ਜ਼ਰੂਰ ਪੜ੍ਹਦੇ ਹਾਂ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਪਰ ਅਸੀਂ ਕੁਦਰਤ ਦਾ ਵਿਚਾਰ ਹੀ ਨਹੀਂ ਕਰਦੇ। ਗੁਰੂ ਸਾਹਿਬ ਕਹਿੰਦੇ ਜਿਸ ਦਿਨ ਵਿਚਾਰ ਕਰ ਲਿਆ ਕਿ ਇਹ ਕੁਦਰਤ ਮੇਰੇ ਲਈ ਕਿਹੜੀ ਜੜੀ ਬੂਟੀ ਚੰਗੀ ਹੈ ਔਰ ਕਿਹੜੀ ਸਬਜ਼ੀ ਚੰਗੀ ਹੈ, ਕਿਹੜੀ ਦਾਲ ਚੰਗੀ ਹੈ, ਕਿਹੜਾ ਫਲ ਮੇਰੇ ਲਈ ਚੰਗਾ ਹੈ, ਔਰ ਕੁਦਰਤ ਦਾ ਕਿਹੜੀ ਨਿਆਮਤ ਮੇਰੇ ਨਾਲ ਮੇਲ ਖਾਂਦੀ ਹੈ, ਕਹਿੰਦੇ ਤੁਸੀਂ ਬਾਰ-ਬਾਰ ਬਲਹਾਰ ਜਾਓਗੇ। ਤਾਂ ਤੁਸੀਂ ਕਹਿ ਰਹੇ ਹੋ ਕਿ ਅਤੇ ਆਦਮ ਦਾ ਰਾਹ ਨੇਚਰ 'ਚੋਂ ਹੋ ਕੇ ਲੰਘਣਾ ਹੈ। ਨੇਚਰ 'ਚੋਂ। ਇਹ ਗੱਲ ਮੈਂ ਉੱਥੇ ਲੈ ਕੇ ਆਉਣਾ ਚਾਹੁੰਦਾ ਕਿ ਆਪਾਂ ਕਹਿੰਦੇ ਨੇ ਜੀ ਸਿੱਧੇ ਅਧਿਆਤਮ 'ਚ ਪਹੁੰਚ ਜਾਈਏ, ਕਦੇ ਨਹੀਂ ਪਹੁੰਚ ਸਕਦੇ, ਕਿਉਂਕਿ ਅਸੀਂ ਪਹਿਲੇ ਸੰਸਾਰ 'ਚ ਹਾਂ। ਸੰਸਾਰ 'ਚ ਜਦ ਤੱਕ ਅਸੀਂ 3 ਗੁਣਾਂ 'ਚੋਂ ਉੱਪਰ ਉੱਠਦੇ ਕਿੱਧਰ ਨਹੀਂ ਜਾਂਦੇ? ਸਤੋ ਗੁਣ ਵੱਲ। ਪਹਿਲੇ ਅਸੀਂ ਰਜੋਗੁਣ 'ਚ ਹਾਂ, ਤਮੋ ਗੁਣ 'ਚ ਹਾਂ, ਸਤੋ ਗੁਣ ਵੱਲ ਵਧਾਂਗੇ ਤਾਂ ਸਾਨੂੰ ਪਰਮਾਤਮਾ ਦੀ ਯਾਦ ਆਣੀ ਸ਼ੁਰੂ ਹੋਏਗੀ, ਪਰਮਾਤਮਾ ਵੱਲ ਵਧਣੇ ਸ਼ੁਰੂ ਹੋਣਗੇ। ਗੁਰੂ ਸਾਹਿਬ ਨੇ ਇਸ ਲਈ ਕਿਹਾ, ਗੁਰੂ ਸਾਹਿਬ ਕਹਿੰਦੇ ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਕਿ ਉਹ ਅੰਨ ਪਾਣੀ ਵੀ ਥੋੜਾ ਖਾਂਦੇ ਆ ਜੀਵਨ ਚਲਾਉਣ ਵਾਸਤੇ। ਕਿਉਂ? ਕਿਉਂਕਿ ਜੜੀ ਬੂਟੀਆਂ ਜੋ ਹੈ ਇਹਨਾਂ ਦਾ ਇੰਨਾ ਮਹੱਤਵ ਹੈ। ਗੁਰੂ ਸਾਹਿਬ ਕਹਿੰਦੇ, ਆਪਾਂ ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਹਾਂ, ਪਾਰ ਜਾਤ ਇਹ ਹਰ ਕੋ ਨਾਉ। ਕਹਿੰਦੇ ਜਿਹੜੀ ਪਾਰ ਜਾਤ ਹੈ ਨਾ, ਜੜੀ ਬੂਟੀਆਂ, ਇਹ ਰੱਬ ਦੇ ਨਾਮ ਵਰਗੀਆਂ। ਆਪ ਜੀ ਪਹਿਲੀ ਪਾਤਸ਼ਾਹੀ ਨੇ ਜੋ ਆਰਤੀ ਲਿਖੀ ਜੀ, ਉਸ ਦੀ ਪੂਰੀ ਦੁਨੀਆ 'ਚ ਮਹਿਮਾ ਹੈ ਜੀ। ਬਹੁਤ ਹੀ ਵਿਗਿਆਨਿਕ ਉਸ 'ਚ ਪਕਸ਼ ਪੇਸ਼ ਕੀਤਾ ਗੁਰੂ ਸਾਹਿਬ ਨੇ। ਗੁਰੂ ਸਾਹਿਬ ਕਹਿੰਦੇ ਹੈ, ਗगन में थाल रव चंद दीपक बने, तारका मंडल जनक मोती। इस ते बहुत सारी व्याख्यावां होंदियां। देखो गुरु साहब ने कहा तारका मंडल, एक गैलेक्सी नहीं, करोड़ों गैलेक्सीज हैं। गुरु साहब ने उन्होंने मंडल कहता, ग्रुप्स ऑफ गैलेक्सीज। बिल्कुल। ते लेकिन अगे की लिखा, धूप मलियान लो, कहें जिहड़े तुसीं धूप करदे हो ना,
ਇਹ ਧੂਪ ਟੈਂਪਰੇਰੀ ਹੈ। ਜੀ ਸੱਚੀ ਧੂਪ ਕੌਣ ਕਰ ਰਹੀ ਹੈ? ਜੜੀ ਬੂਟੀਆਂ, ਪੇੜ ਪੌਦੇ। ਫਿਰ ਕਹਿੰਦੇ ਪਵਨ ਚਵਰੋ ਕਰੈ, ਜਿਹੜਾ ਅਸੀਂ ਚਵਰ ਕਰ ਰਹੇ ਹਾਂ ਨਾ, ਗੁਰੂ ਸਾਹਿਬ ਕਹਿੰਦੇ ਸੱਚਾ ਚਵਰ ਕੀ ਹੈ? ਜਦ ਜੜੀ ਬੂਟੀਆਂ ਦੀ ਹਵਾ ਲੈ ਕੇ ਪਵਨ ਚੱਲੇਗੀ, ਪਵਨ ਚਵਰੋ ਕਰੈ ਸਗਲ ਬਨ ਰਾਏ ਫੁਲੰਤ ਜੋਤੀ। ਕਹਿੰਦੇ ਤੁਹਾਡੇ ਸਰੀਰ ਦੀ ਜੋਤ ਇਹ ਬਨਸਪਤੀ ਨੇ ਫੁਲੰਤ ਕਰਨੀ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਨੂੰ ਪਤਾ ਹੀ ਨਹੀਂ ਬਨਸਪਤੀ ਬਾਰੇ। ਅਸੀਂ ਜੋ ਕਿਸਾਨ ਹੈ, ਇਹ ਦੁਨੀਆ ਦੀ ਸਭ ਤੋਂ ਉੱਤਮ, ਸਭ ਤੋਂ ਵੱਡਾ ਕਿਰਤ ਹੈ ਕਿਸਾਨੀ। ਜੀ ਕਿਉਂ? ਇਹਦਾ ਕਾਰਨ ਹੈ ਕਿਉਂ ਗੁਰੂ ਸਾਹਿਬ ਨੇ ਮਹਿਮਾ ਕੀਤੀ ਇਹਨਾਂ ਦੀ। ਕਿਉਂਕਿ ਕਿਸਾਨ ਕੁਦਰਤ ਦੇ ਨਾਲ ਜੋੜਦਾ ਹੈ। ਬਿਲਕੁਲ। ਕਿਸਾਨ ਸਾਨੂੰ ਜੜੀ ਬੂਟੀਆਂ, ਪੇੜ ਪੌਦਿਆਂ ਦੇ ਨਾਲ ਜੋੜਦਾ ਹੈ। ਬਿਲਕੁਲ। ਲੇਕਿਨ ਦੁੱਖ ਦੀ ਗੱਲ ਹੈ ਅੱਜ ਅਸੀਂ ਉਹ ਸਾਰੀ ਕਿਸਾਨੀ ਕਿੱਧਰ ਲੈ ਕੇ ਚਲੇ ਗਏ? ਸਾਰੀ ਜੜੀ ਬੂਟੀਆਂ, ਪਵਿੱਤਰ ਜੜੀ ਬੂਟੀਆਂ ਨੂੰ ਕੈਮੀਕਲ ਨੇ ਤਬਾਹ ਕਰ ਦਿੱਤਾ। ਸਭ ਤਰ੍ਹਾਂ ਦੇ ਫਲ, ਫੁੱਲ, ਸਬਜ਼ੀਆਂ ਅਸੀਂ ਬਰਬਾਦ ਕਰ ਦਿੱਤੀਆਂ। ਅਸੀਂ ਕਿੱਧਰ ਲੱਗੇ ਹਾਂ? ਸਿਰਫ ਔਰ ਸਿਰਫ ਅੰਨ ਪੈਦਾ ਕਰਨ ਤੇ ਲੱਗੇ, ਔਰ ਉਹ ਵੀ ਅੰਨ ਕੈਮੀਕਲ ਦੇ ਨਾਲ। ਅਸੀਂ ਬਾਬੇ ਨਾਨਕ ਦੀ ਮਹਾਨ ਕਿਸਾਨੀ ਨੂੰ, ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਭਾਵਨਾ 'ਚ ਇਹ ਗੱਲ ਮੇਰੇ ਮਨ 'ਚ ਆ ਰਹੀ ਹੈ। ਜੀ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਵੱਡੇ, ਜਿੱਥੇ ਪਰਮਾਤਮਾ ਸੀ, ਖੁਦ ਅਕਾਲ ਪੁਰਖ ਸੀ, ਉਹਨਾਂ ਦਾ ਰੂਪ ਧਾਰ ਕਰਕੇ ਆਏ। ਨਾਲ ਨਾਲ ਸਾਨੂੰ ਵਿਗਿਆਨਿਕ ਪੱਖ ਸਮਝਾ ਕੇ ਗਏ, ਸਾਨੂੰ ਬੁੱਧੀ ਦੇ ਕੇ ਗਏ, ਕਿਉਂਕਿ ਸਾਡੇ ਅੰਦਰ ਸੈਂਸ ਆਫ ਡਿਸਕ੍ਰਿਮੀਨੇਸ਼ਨ ਹੈ। ਪੰਜਵਾਂ ਤੱਤ ਹੈ ਜਿਹੜਾ ਸਾਨੂੰ ਵਿਚਾਰ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ। ਉਹਨਾਂ ਨੇ ਸਮਝਾਇਆ ਸਾਨੂੰ ਕਿ ਜਿਹੜਾ ਇਹ ਪੇੜ ਪੌਦੇ, ਜੜੀ ਬੂਟੀਆਂ, ਇਹਨਾਂ ਤੋਂ ਜੋ ਕੁਝ ਵੀ ਬਣਾਓਗੇ ਉਹ ਤੁਹਾਡੇ ਜੀਵਨ ਨੂੰ ਧਨ ਕਰੇਗਾ, ਤੁਹਾਡੇ ਜੀਵਨ ਨੂੰ ਬਹੁਤ ਅੱਛਾ ਬਣਾਏਗਾ। ਆਪ ਜੀ ਨੇ ਕੜਾਹ ਪ੍ਰਸਾਦ ਦੀ ਪਰੰਪਰਾ ਸ਼ੁਰੂ ਕੀਤੀ। ਜੀ। ਪ੍ਰਸਾਦ ਜਿੱਥੇ ਇੱਕ ਬਹੁਤ ਹੀ ਪਵਿੱਤਰ ਗੁਰੂ ਦਾ ਹੁਕਮ ਹੁੰਦਾ ਹੈ, ਪ੍ਰਸਾਦ ਦਾ ਮਤਲਬ ਹੈ ਜਿਸ ਦੀ ਕੋਈ ਕੀਮਤ ਨਹੀਂ ਹੁੰਦੀ, ਜੋ ਦਇਆ ਦੇ ਨਾਲ ਦਿੱਤਾ ਜਾਂਦਾ ਹੈ। ਕੜਾਹ ਪ੍ਰਸਾਦ ਸ਼ੁਰੂ ਕੀਤਾ, ਲੇਕਿਨ ਉਸ 'ਚ ਕੀ ਪਾਇਆ? ਕੋਦਰਾ। ਬੜੀ ਪਵਿੱਤਰ, ਅੱਜ ਸਾਇੰਸ ਨੇ ਸਿੱਧ ਕੀਤਾ ਹੈ ਉਸ ਦੇ ਅੰਦਰ ਇਤਨੀ એનર્ਜੀ ਹੈ, ਇਤਨਾ ਕਾਰਬੋਹਾਈਡਰੇਟਸ ਹੈ ਕਿ ਤੁਹਾਨੂੰ ਸਾਰਾ ਦਿਨ ਤੁਸੀਂ ਭੱਜੇ ਦੌੜੇ ਰਹੋ, એનર્ਜੀ ਦੀ ਘਾਟ ਨਹੀਂ ਆਉਣ ਵਾਲੀ। ਇਹ ਲੌਜੀਕ ਹੈ ਜਿਹੜਾ ਕੜਾਹ ਪ੍ਰਸਾਦ ਗੁਰੂ ਸਾਹਿਬ ਨੇ ਸ਼ੁਰੂ ਕੀਤਾ। ਬਿਲਕੁਲ ਬਿਲਕੁਲ। ਹੁਣ ਉਸ 'ਚ ਕੋਦਰੇ ਤੋਂ ਤਿਆਰ ਕੀਤਾ ਜਾਂਦਾ ਸੀ ਉਹਨੂੰ। ਫਿਰ ਗੁਰੂ ਸਾਹਿਬ ਨੇ ਉਸਨੂੰ ਕਿਸ 'ਚ ਅਸੀਂ ਬਣਾਉਣਾ? ਦੇਸੀ ਘਿਓ 'ਚ। ਲੇਕਿਨ ਅਸੀਂ ਅੱਜ ਡਾਲਡਾ ਵੀ ਪਾਈ ਜਾ ਰਹੇ ਹਾਂ, ਕਿਸੇ ਦਾ ਨਾਮ ਨਹੀਂ ਲੈਣਾ ਚਾਹ ਰਿਹਾ, ਕੁਝ ਵੀ ਅਸੀਂ ਕੁਝ ਵੀ ਪਾ ਰਹੇ ਹਾਂ, ਰਿਫਾਈਨਡ ਵੀ ਪਾ ਰਹੇ ਹਾਂ। ਤੀਸਰਾ ਸੀ ਚੀਨੀ, ਕੈਮੀਕਲ ਵਾਲੀ। ਗੁਰੂ ਸਾਹਿਬ ਨੇ ਕਿਹਾ ਸੀ ਸ਼ੱਕਰ, ਖੰਡ, ਨਵਾਤ, ਗੁੜ, ਉਹ ਅਸੀਂ ਭੁੱਲ ਗਏ। ਅਸੀਂ ਉਹ ਚੀਨੀ ਪਾਣੀ ਸ਼ੁਰੂ ਕਰਤੀ ਕੈਮੀਕਲ ਵਾਲੀ। ਅਸੀਂ ਤੇ ਗੁਰੂ ਸਾਹਿਬ ਨਾਲ ਵੀ ਇਨਸਾਫ ਨਹੀਂ ਕਰ ਰਹੇ। ਕਿਉਂ? ਕਿਉਂਕਿ ਅਸੀਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਕਰਨਾ ਚਾਹੁੰਦੇ। ਅਗਰ ਅਸੀਂ ਗੁਰੂ ਦੇ ਅਨੁਸਾਰ ਚੱਲੀਏ ਤੇ ਮੇਰਾ ਇਹ ਮੰਨਣਾ ਹੈ, ਆਪ ਜੀ ਨੇ ਕਿਹਾ ਸੀ, ਆਪ ਜੀ ਸਨਾਤਨੀ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਹੁਤ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹੋ। ਉਹਦੇ ਪਿੱਛੇ ਕਾਰਨ ਇਹ ਹੈ ਕਿ ਅਗਰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਸਿੱਖਿਆਵਾਂ ਦੁਨੀਆ ਵਿੱਚ ਫੈਲਾਈਏ ਤੇ ਪੂਰੀ ਦੁਨੀਆ ਨੂੰ ਇਸ ਦਾ ਸੁੱਖ ਮਿਲ ਸਕਦਾ ਹੈ। ਫਿਰ ਅਸੀਂ ਤਾਂ ਲੰਗਰ ਵੀ ਪੀਜ਼ਿਆਂ ਵਾਲੇ ਕਰਤੇ, ਹੁਣ ਫੈਂਸੀ ਹੋ ਗਏ ਸਾਡੇ ਲੰਗਰ। ਜੇ ਤੁਸੀਂ ਕੜਾਹ ਪ੍ਰਸ਼ਾਦ ਦੀ ਗੱਲ ਕਰ ਰਹੇ ਹੋ, ਗੁਰੂ ਸਾਹਿਬ ਨੇ ਤਾਂ ਦਾਲ ਪ੍ਰਸ਼ਾਦਾ ਹੀ ਸ਼ੁਰੂ ਕੀਤਾ ਹੋਣਾ ਮੇਰੇ ਖਿਆਲ ਉਸ ਵੇਲੇ। ਜੀ ਜਦੋਂ ਸੱਚੇ ਸੌਦੇ। ਮੈਂ ਲੰਗਰ ਦੀ ਗੱਲ ਤੇ ਆ ਜਾਂਦਾ। ਬਾਣੀ 'ਚ ਲੰਗਰ 'ਚ ਕਿਹਾ ਗਿਆ, ਦੌਲਤ ਲੰਗਰ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਗੁਰਬਾਣੀ 'ਚ ਲਿਖਿਆ ਕਿ ਕਿੱਦਾਂ ਦਾ ਲੰਗਰ ਹੋਣਾ ਚਾਹੀਦਾ? ਨੰਬਰ 1, ਰਸਦਾਰ। ਹੁਣ ਰਸਦਾਰ ਕੀ ਹੁੰਦਾ ਹੈ? ਤਾਜ਼ੇ ਫਲ, ਤਾਜ਼ੀਆਂ ਸਬਜ਼ੀਆਂ, ਉਹਨਾਂ 'ਚੋਂ ਹੀ ਰਸ ਨਿਕਲੇਗਾ ਨਾ ਜੀ। ਸੁੱਕੀ ਜਦੋਂ ਨਿਕਲ ਨਹੀਂ ਸਕਦਾ ਜੀ। ਤਾਜ਼ੇ ਜੜੀ ਬੂਟੀਆਂ ਅਸੀਂ ਇਸਤੇਮਾਲ ਕਰਾਂਗੇ। ਇੱਕ ਹੋਰ ਲੌਜੀਕ ਉਹਦੇ ਪਿੱਛੇ ਹੈ, ਉਸ 'ਚ ਕੋਈ ਪਾਪ ਨਹੀਂ ਹੈ। ਕਿੱਦਾਂ ਨਹੀਂ ਪਾਪ? ਬਹੁਤ ਮਾਮੂਲੀ। ਕਿਉਂ? ਕਿਉਂਕਿ ਉਹ ਪਰਿਪੱਕਵ ਹੋ ਕੇ ਗਿਰ ਜਾਂਦੇ ਆ। ਤਾਜ਼ਾ ਜਦੋਂ ਫਲ ਪੱਕ ਜਾਏਗਾ ਨਾ, ਉਹ ਛੱਡ ਦੇਗਾ। ਉਹਨਾਂ ਨੂੰ ਜਦੋਂ ਅਸੀਂ ਨਿਚੋੜਾਂਗੇ, ਉਸ 'ਚੋਂ ਰਸ ਨਿਕਲਦਾ ਹੈ। ਬਿਲਕੁਲ। ਉਹ ਰਸ ਪੀਓ, ਤਾਜ਼ਾ ਨਿੰਬੂ ਦਾ ਰਸ ਪੀਓ, ਤਾਜ਼ਾ ਸੰਤਰੇ ਦਾ ਰਸ ਪੀਓ, ਤਾਜ਼ਾ ਅੰਬ ਦਾ ਰਸ ਪੀਓ, ਤੁਹਾਨੂੰ ਰੋਗ ਨਹੀਂ ਆ ਸਕਦਾ। ਇਹ ਬਾਣੀ ਕਹਿੰਦੀ ਹੈ। ਰਸ ਅੰਮ੍ਰਿਤ ਖੀਰ ਘਿਆਲੀ। ਹੁਣ ਖੀਰ ਨੂੰ ਰਾਜਸੀ ਭੋਜਨ ਮੰਨਿਆ ਜਾਂਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਤੁਸੀਂ ਉਸ 'ਚ ਘਿਓ ਪਾਓਗੇ ਤੇ ਉਹ ਅੰਮ੍ਰਿਤ ਬਣ ਜਾਏਗੀ। ਗੁਰੂ ਸਾਹਿਬ ਕਹਿ ਰਹੇ ਅੰਮ੍ਰਿਤ ਕਿਹੜੀ? ਘਿਓ ਵਾਲਾ ਖਾਣਾ। ਲੇਕਿਨ ਕੀ ਅਸੀਂ ਘਿਓ ਖਾਂਦੇ ਹਾਂ? ਨਹੀਂ ਖਾਂਦੇ। ਆਪ ਜੀ ਦੇਖੋ ਬਾਣੀ ਕੀ ਕਹਿੰਦੀ ਹੈ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘ੍ਰਿਤ,
ਤਾਂ ਹੋਇਆ ਪਾਕ ਪਵਿੱਤ। ਕਹਿੰਦੇ ਜਦ ਤੁਸੀਂ ਆਪਣੇ ਖਾਣੇ 'ਚ ਘਿਓ ਪਾਓਗੇ ਤਾਂ ਖਾਣਾ ਪਵਿੱਤਰ ਹੋਣਾ ਹੈ। ਲੇਕਿਨ ਅਸੀਂ ਪਰੰਪਰਾ ਭੁੱਲ ਗਏ। ਕਿਉਂ? ਸਾਡੇ ਵੇਦ ਸ਼ਾਸਤਰਾਂ ਨੇ ਲਿਖਿਆ, ਆਜਮ ਸੁਰਾਨਾਮ ਆਹਾਰਮ, ਆਜਮ ਪਾਪ ਹਰਮ ਪਰਮ, ਘ੍ਰਿਤ ਨਾਸਤੇ ਵਿਆਧੀ, ਘ੍ਰਿਤ ਹਰਤੇ ਰੁਜਮ, ਘ੍ਰਿਤ ਤੇਜੋ ਅਧਿਕਰਣਮ, ਘ੍ਰਿਤ ਮਾਯੂ ਪਰਵਰਦਤੇ। ਇਹਦਾ ਭਾਵ ਹੈ ਗਾਂ ਦਾ ਘਿਓ ਦੇਵਤਿਆਂ ਦਾ ਖਾਣਾ ਹੈ। ਹੁਣ ਕੋਈ ਕਹੇਗਾ ਜੀ ਦੇਵਤਿਆਂ ਦਾ ਖਾਣੇ ਦਾ ਮਤਲਬ ਕੀ ਹੈ? ਗਾਂ ਦਾ ਘਿਓ ਪਾਪ ਖਤਮ ਕਰ ਦਿੰਦਾ। ਕਿਉਂ? ਕਿਉਂਕਿ ਉਹ ਸਤੋ ਗੁਣ 'ਚ ਹੈ। ਸਾਡਾ ਜੈਸਾ ਖਾਏ ਅੰਨ ਵੈਸਾ ਹੋਏ ਮਨ। ਕਿਹਾ ਗਿਆ ਕਿ ਤੁਸੀਂ ਗਾਂ ਦਾ ਘਿਓ ਚੋਰੀ ਕਰਕੇ ਖਾਓਗੇ ਤਾਂ ਵੀ ਪੁੰਨ ਲੱਗੇਗਾ। ਹੁਣ ਅਸੀਂ ਪਹਿਲੇ ਕਹਿੰਦੇ ਸੀ ਜੇ ਗੱਲਾਂ ਹੈ, ਲੇਕਿਨ ਅੱਜ ਸਾਇੰਸ ਨੇ ਸਿੱਧ ਕਰਤਾ ਕਿ ਗਾਂ ਦੇ ਘਿਓ ਦੇ ਅੰਦਰ A2 ਬੀਟਾ ਕੈਸੀਨ ਪ੍ਰੋਟੀਨ ਹੁੰਦੇ ਆ, ਔਰ ਉਹੀ ਮਾਂ ਦੇ ਦੁੱਧ 'ਚ ਹੁੰਦੇ ਆ। ਇਹਦਾ ਮਤਲਬ ਮਾਂ 'ਚ ਤੇ ਗਾਂ 'ਚ ਕੋਈ ਫਰਕ ਨਹੀਂ ਰਿਹਾ। ਇਸ ਲਈ ਗੁਰਬਾਣੀ 'ਚ ਗਾਂ ਦੇ ਘਿਓ ਦੀ ਔਰ ਗਾਂ ਦੀ ਬੜੀ ਬੜਾਈ ਕੀਤੀ ਗਈ ਹੈ। ਆਪ ਜੀ ਨੂੰ ਮੈਂ ਇੱਕ ਸ਼ਬਦ ਸੁਣਨਾ ਚਾਹੁੰਦਾ ਜੀ। ਨਾਮਦੇਵ ਜੀ ਦਾ ਸ਼ਬਦ ਹੈ ਗੁਰਬਾਣੀ 'ਚ। ਆਪ ਜੀ ਕਹਿੰਦੇ, ਧੰਨ ਧੰਨ ਉਹ ਰਾਮ ਬੇਨ ਬਾਜੈ, ਧੰਨ ਧੰਨ ਮਧੁਰ ਮਧੁਰ ਧੁਨ ਅਨਹਦ ਗਾਜੈ, ਧੰਨ ਧੰਨ ਮੇਘਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਓਢੈ ਕਾਂਬਲੀ, ਧੰਨ ਧੰਨ ਉਹ ਬਨ ਖੰਡ ਬ੍ਰਿੰਦਾਵਨਾ, ਜਹਾਂ ਖੇਲੇ ਸ੍ਰੀ ਨਾਰਾਇਣਾ। ਲਾਸਟ ਕੀ ਕਹਿੰਦੇ ਦੇਖੋ, ਇਹ ਤੁਕ ਬੜੇ ਜ਼ਿੰਦਗੀ ਬਦਲਣ ਵਾਲੀ ਹੈ। ਬੇਨ ਬਜਾਵੈ, ਕਹਿੰਦੇ ਅੰਦਰੋਂ ਆਨੰਦ ਸ਼ਬਦ ਸੁਣੋ, ਬਾਣੀ ਸੁਣੋ ਅੰਦਰੋਂ। ਬੇਨ ਬਜਾਵੈ ਕਿੱਥੋਂ ਸੁਣਨੀ ਹੈ? 9 ਦੁਆਰਿਆਂ ਤੋਂ ਉੱਪਰੋਂ। ਬੇਨ ਬਜਾਵੈ ਗੋ ਧਨ ਚਰੈ, ਨਾਮੇ ਕਾ ਸੁਆਮੀ ਆਨੰਦ ਕਰੈ। ਕਹਿੰਦੇ ਜ਼ਿੰਦਗੀ ਦਾ ਆਨੰਦ ਲੈਣਾ ਤੇ 2 ਕੰਮ ਕਰੋ। ਇੱਕ ਗਾਏ ਨਾਲ ਪਿਆਰ ਕਰੋ, ਔਰ ਅੰਦਰੋਂ ਗਾਏ ਦਾ ਪਿਆਰ ਦਾ ਮਤਲਬ ਸਤੋ ਗੁਣ 'ਚ ਲੈ ਕੇ ਜਾਏਗੀ। ਕਿਉਂ? ਗਾਏ ਜੋ ਹੈ ਉਹ ਸਾਤਵਿਕ ਭੋਜਨ ਖਾਂਦੀ ਹੈ, ਉਹ ਤਾਮਸੀ ਔਰ ਰਾਜਸੀ ਭੋਜਨ ਨਹੀਂ ਖਾਂਦੀ, ਜਿਹੜੀ ਦੇਸੀ ਨਸਲ ਦੀ ਗਾਏ ਹੈ। ਇਸ ਲਈ ਇਹਨਾਂ ਦੀ ਬੜੀ ਮਹੱਤਤਾ ਹੈ। ਖਾਣ ਪੀਣ ਦਾ ਬਹੁਤ ਵੱਡਾ ਮਹੱਤਵ ਦੱਸਿਆ ਗਿਆ ਹੈ ਕਿ ਅਗਰ ਅਸੀਂ ਤਾਂ ਜਿਵੇਂ ਮੈਂ ਟੋਕ ਰਿਹਾ ਤੁਹਾਨੂੰ ਇੱਥੇ ਕਿ ਬਹੁਤ ਸਾਰੇ ਸਨਾਤਨੀ ਵੀਰ ਵੀ ਜਾਂ ਖਾਸ ਤੌਰ ਤੇ ਜੈਨ ਧਰਮ ਦੇ ਵਿੱਚ ਵੀ ਮੇਰੇ ਖਿਆਲ ਪਿਆਜ਼ ਤੇ ਲਸਣ ਨਹੀਂ ਖਾਧਾ ਜਾਂਦਾ। ਉਹਦਾ ਕਾਰਨ ਕੀ ਹੈ? ਮੈਂ ਕਈ ਥਾਂ ਤੇ ਵੀਡੀਓਜ਼ ਬਹੁਤ ਚੱਲਦੀਆਂ ਇੰਟਰਨੈਟ ਦੇ ਉੱਤੇ, ਬੜੇ ਮਾਂ ਗਿਆਨੀ ਬੈਠੇ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਕਦੇ ਉਹ ਕਹਿੰਦੇ ਕਿ ਉਹ ਕਾਮ ਵਾਸਨਾ ਕਰਕੇ, ਕਿ ਕਾਮ ਨੂੰ ਕੰਟਰੋਲ 'ਚ ਰੱਖਣ ਵਾਸਤੇ। ਕਈ ਕਹਿੰਦੇ ਕਿ ਕ੍ਰਿਸ਼ਨ ਮਹਾਰਾਜ ਨੇ ਮਨਾ ਕੀਤਾ ਸੀਗਾ ਕਿ ਇਹ ਖਾਣਾ ਨਹੀਂ ਹੈ। ਹੁਣ ਉਹ ਬੜੇ ਨਾਮੀ ਨੇ ਅੱਜ ਕੱਲ੍ਹ YouTube ਤੇ ਬਹੁਤ ਫੇਮਸ ਨੇ, ਜਿਨ੍ਹਾਂ ਨੇ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਉਹ ਵੀਡੀਓ। ਇਹਦਾ ਅਸਲ ਕਾਰਨ ਕੀ ਹੈ? ਇਹਦਾ ਅਸਲ ਕਾਰਨ ਹੈ ਜੀ, ਅਗਰ ਆਪ ਜੀ ਜਾਣੋਗੇ, ਗੁਰੂ ਗ੍ਰੰਥ ਸਾਹਿਬ 'ਚ ਬਹੁਤ ਸੁੰਦਰ ਤਰੀਕੇ ਨਾਲ ਦੱਸਿਆ ਗਿਆ। ਸਾਡੇ ਵੇਦਾਂ ਸ਼ਾਸਤਰਾਂ 'ਚ ਬਹੁਤ ਤਰੀਕੇ ਨਾਲ ਦੱਸਿਆ ਗਿਆ। ਗੀਤਾ ਜੀ 'ਚ ਬਹੁਤ ਸੁੰਦਰ ਤਰੀਕੇ ਨਾਲ ਭਗਵਾਨ ਕ੍ਰਿਸ਼ਨ ਨੇ ਦੱਸਿਆ। ਇਹਦਾ ਇਹ ਕਾਰਨ ਹੈ ਕਿ ਜੋ ਮੈਂ ਗੱਲ ਕੀਤੀ ਸੀ ਕਿ ਆਪਣੀ ਅੱਡ ਅੱਡ ਤਸੀਰ ਹੈ। ਰਜੋਗੁਣ ਵਾਲੇ ਦਾ ਅੱਡ ਤਸੀਰ ਹੈ, ਤਮੋਗੁਣ ਵਾਲੇ ਦੀ ਅੱਡ ਤਸੀਰ ਹੈ, ਸਤੋਗੁਣ ਵਾਲੇ ਦੀ ਅੱਡ ਤਸੀਰ ਹੈ। ਦੂਸਰਾ ਕਾਰਨ ਇਹ ਹੈ ਕਿ ਜੋ ਲੌਜਿਕ ਹੈ, ਜੋ ਸਾਇੰਸ ਹੈ, ਕਿ ਅਸੀਂ 5 ਤੱਤ ਦੇ ਹਾਂ। 5 ਤੱਤ ਦੇ ਜਿਹੜੇ 4 ਪੈਰਾਂ ਵਾਲੇ ਜਾਨਵਰ ਨੇ, ਉਹ ਕਿੰਨੇ ਤੱਤ ਦੇ? 4 ਤੱਤ ਦੇ। ਉਹਨਾਂ 'ਚ 5ਵਾਂ ਤੱਤ ਗੌਣ ਹੁੰਦਾ ਹੈ, ਘੱਟ ਹੁੰਦਾ ਹੈ, ਯਾਨੀ ਕਿ ਥੋੜੀ ਜਿਹੀ ਬੁੱਧੀ ਸਾਡੇ ਤੋਂ ਘੱਟ ਹੋ ਜਾਂਦੀ ਹੈ। ਫਿਰ ਪਕਸ਼ੀਆਂ 'ਚ ਆ ਜਾਓ, ਉਹਨਾਂ 'ਚ 3 ਤੱਤ ਹੈ, ਉਹਨਾਂ 'ਚ ਥੋੜੀ ਜਿਹੀ ਹੋਰ ਬੁੱਧੀ ਘੱਟ ਜਾਏਗੀ। ਫਿਰ ਤੁਸੀਂ 2 ਤੱਤਾਂ ਵਾਲੇ ਤੇ ਆ ਜਾਓ, ਜਿੱਦਾਂ ਸੱਪ ਨੇ, ਬਿੱਛੂ ਨੇ, ਰੈਪਟਾਈਲਸ, ਇਹਨਾਂ 'ਚ 2 ਤੱਤ ਹੈ, ਮਿੱਟੀ ਔਰ ਅਗਨੀ ਦਾ। ਫਿਰ ਤੁਸੀਂ ਆ ਜਾਓ ਸਿਰਫ ਪੇੜ ਪੌਦਿਆਂ ਤੇ, ਪਲਾਂਟ ਕਿੰਗਡਮ ਤੇ, ਇਹਨਾਂ 'ਚ 1 ਤੱਤ ਹੈ ਪਾਣੀ ਦਾ। ਬਾਣੀ ਕਹਿੰਦੇ ਨੇ ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੁਝ ਹਰਾ ਭਰਾ ਕਿਸ ਤੋਂ ਹੁੰਦਾ? ਪਾਣੀ ਤੋਂ। ਹੁਣ ਜਿਸ 'ਚ ਸਭ ਤੋਂ ਘੱਟ ਤੱਤ ਹੈ ਉਸ ਨੂੰ ਖਾਣਾ ਚਾਹੀਦਾ। ਪਰ ਅਗਰ ਅਸੀਂ 2 ਤੱਤ ਵਾਲੇ ਨੂੰ ਖਾਵਾਂਗੇ ਥੋੜਾ ਹੋਰ ਪਾਪ ਲੱਗੇਗਾ। 3 ਤੱਤ ਵਾਲੇ ਨੂੰ ਖਾਵਾਂਗੇ ਉਸ 'ਚ ਹੋਰ ਸੈਂਸ ਹੈ, ਉਹਨੂੰ ਹੋਰ ਦੁੱਖ ਲੱਗਦਾ ਹੈ। 4 ਤੱਤ ਵਾਲੇ ਨੂੰ ਖਾਵਾਂਗੇ, 5 ਤੱਤ ਵਾਲਾ ਇਨਸਾਨ ਹੈ, ਜੇ ਇਨਸਾਨ ਨੂੰ ਮਾਰਾਂਗੇ ਸਰਕਾਰ ਵੀ ਫਾਂਸੀ ਕਰਦੀ ਹੈ ਤੇ ਪਰਮਾਤਮਾ ਦੀ ਦਰਗਾਹ 'ਚ ਵੀ ਸਾਨੂੰ ਭੁਗਤਣਾ ਪੈਂਦਾ ਹੈ। ਹੁਣ ਲੌਜਿਕ ਕੀ ਹੋਇਆ ਕਿ ਇਹ ਮਹਾਰਾਜ ਤਾਂ ਇਹ ਵੀ ਕਹਿੰਦੇ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ। ਬਿਲਕੁਲ ਸਭ 'ਚ ਪਰਮਾਤਮਾ, ਲੇਕਿਨ ਸਾਨੂੰ ਘੱਟ ਤੋਂ ਘੱਟ ਖਾਣ ਦੀ ਸਿੱਖਿਆ ਦਿੱਤੀ ਗਈ ਹੈ। ਹੁਣ ਦੇਖੋ, ਇੱਕ ਗੁਰੂ ਸਾਹਿਬ ਨੇ ਸ਼ਬਦ ਲਿਖਿਆ, ਮਾਸ ਕਰ ਮੂਰਖ ਝਗੜਾ। ਹੁਣ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗਿਆਨ ਧਿਆਨ ਨਹੀਂ ਜਾਣਾ ਹੈ, ਗਿਆਨ ਹੈ ਹੀ ਨਹੀਂ, ਕਿਉਂ ਖਾਣਾ ਕਿਉਂ ਨਹੀਂ ਖਾਣਾ, ਕਿਸ 'ਚ ਮਾਸ ਹੈ, ਕੌਣ ਸਾਗ ਹੈ, ਸਭ ਦੇ ਅੰਦਰ ਪਰਮਾਤਮਾ ਹੈ। ਹੁਣ ਹੁੰਦਾ ਕੀ ਹੈ, ਜਿਸ 'ਚ ਸੁਪਤ ਰੂਪ ਹੈ ਉਸ ਨੂੰ ਖਾਣ ਦੀ ਥੋੜੀ ਇਜਾਜ਼ਤ ਹੈ,
ਔਰ ਜਿਸ 'ਚ ਪ੍ਰਗਟ ਰੂਪ ਹੈ, ਜਿੰਨਾ ਪ੍ਰਗਟ ਰੂਪ ਹੈ ਉਸ ਨੂੰ ਉਨਾ ਹੀ ਦਰਦ ਹੁੰਦਾ ਹੈ, ਉਨਾ ਹੀ ਉਸ ਤੋਂ ਬਚਣ ਦੀ ਜ਼ਰੂਰਤ ਹੈ। ਹੁਣ ਆਪ ਜੀ ਨੇ ਸਵਾਲ ਕੀਤਾ ਸੀ ਕਿ ਅਸੀਂ ਕਿਉਂ ਖਾਈਏ ਪਿਆਜ਼ ਤੇ ਲਸਣ, ਕਿਉਂ ਨਾ ਖਾਈਏ। ਜੀ, ਜਿਹੜੇ ਮੈਂ ਖਾਣੇ ਦੱਸੇ ਸੀ 3, ਰਾਜਸੀ, ਤਾਮਸੀ, ਸਾਤਵਿਕ। ਰਾਜਸੀ ਭੋਜਨ ਕੀ ਹੈ? ਜਿਹੜਾ ਹਵਾ ਵਧਾਉਂਦਾ ਹੈ, ਸਾਨੂੰ ਚਿੰਤਾ ਦਿੰਦਾ ਹੈ, ਜਿੱਦਾਂ ਰਾਜਮਾ, ਮਾਂ ਦੀ ਦਾਲ, ਇਹ ਖਾਵਾਂਗੇ ਤਾਂ ਹਵਾ ਵੱਧ ਜਾਏਗੀ, ਸਾਨੂੰ ਰਜੋਗੁਣ ਦੇ ਰੋਗ ਹੋਣਗੇ ਥੋੜ੍ਹੇ ਥੋੜ੍ਹੇ। ਲੇਕਿਨ ਤਮੋ ਗੁਣ ਅਗਰ ਸਾਡੇ ਅੰਦਰ ਵਧੇਗਾ, ਸਾਨੂੰ ਗੁੱਸਾ ਆਉਣ ਦੇ ਚਾਂਸ ਹੁੰਦਾ ਹੈ। ਇਹ ਨਹੀਂ ਹੈ ਕਿ ਮਾੜਾ ਹੈ ਪਿਆਜ਼ ਲਸਣ। ਪਿਆਜ਼ ਲਸਣ ਐਸਾ ਬਿਲਕੁਲ ਨਹੀਂ ਹੈ ਕਿ ਉਹ ਨੌਨ ਵੈਜ ਦੀ ਕੈਟਾਗਰੀ 'ਚ ਆਉਂਦਾ ਹੈ। ਪਿਆਜ਼ ਲਸਣ ਵੀ ਜੜੀ ਬੂਟੀਆਂ, ਦਵਾਈਆਂ, ਔਸ਼ਧੀਆਂ, ਕਿਸੇ ਲਈ ਚੰਗੀਆਂ ਵੀ ਹੋ ਸਕਦੀਆਂ। ਅਗਰ ਠੰਡਾ ਸਰੀਰ ਹੈ ਉਹਦੇ ਲਈ ਚੰਗੀ ਹੋ ਸਕਦੀ ਹੈ, ਪਰ ਮਨਾਹੀ ਇਸ ਲਈ ਕੀਤੀ ਹੈ ਅਗਰ ਰੈਗੂਲਰ ਅਸੀਂ ਰੋਜ਼ ਪਿਆਜ਼ ਲਸਣ ਖਾਵਾਂਗੇ, ਅਕੇਲਾ ਪਿਆਜ਼ ਲਸਣ ਖਾਵਾਂਗੇ, ਸਾਡੇ ਸਰੀਰ 'ਚ ਤਮੋ ਗੁਣ ਵਧੀ ਜਾਏਗਾ, ਗਰਮੀ ਵਧੀ ਜਾਏਗੀ, ਸਾਡਾ ਮਨ ਵਿਕਾਰਾਂ ਵੱਲ ਜਾਣਾ ਸ਼ੁਰੂ ਹੋ ਜਾਏਗਾ। ਇਸ ਲਈ ਪਿਆਜ਼ ਲਸਣ ਦੀ ਮਨਾਹੀ ਕਰਦੇ ਹੈ ਤਾਂ ਕਿ ਸਾਡੇ ਅੰਦਰ ਗਰਮੀ ਨਾ ਵਧੇ, ਸਾਡੇ ਅੰਦਰ ਜ਼ਿਆਦਾ ਹਾਰਮੋਨ ਇੰਜ਼ਾਈਮ ਨਾ ਵਧਣ। ਇਹ ਸਾਇੰਟੀਫਿਕ ਇਹਦਾ ਲੌਜੀਕ ਹੈ। ਤਾਂ ਤੁਸੀਂ ਇੰਨੇ ਵੱਡੇ ਪ੍ਰੋਫੈਸ਼ਨ 'ਚ ਅੱਜ ਡਾਕਟਰੀ ਕਰ ਰਹੇ ਸੀ ਔਰ ਜਦੋਂ ਅਧਿਆਤਮ ਵੱਲ ਆਉਂਦੇ ਹੋ ਤਾਂ ਤੁਸੀਂ ਕਹਿ ਕੇ ਇਹਦਾ ਮਾਰਗ ਨੇਚਰ ਤੋਂ ਹੋ ਕੇ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ, ਤਾਂ ਇਹ ਸਾਰੀਆਂ ਤਬਦੀਲੀਆਂ ਪਹਿਲਾਂ ਲਿਆਣੀਆਂ ਪਈਆਂ ਤੁਹਾਨੂੰ ਕਿ ਤੁਸੀਂ ਫੂਡ ਆਪਣਾ ਉਸ ਤਰੀਕੇ ਦਾ ਕੀਤਾ। ਜੀ। ਫਿਰ ਅੱਜ ਦੇ ਦੌਰ ਦੇ ਵਿੱਚ ਜਦੋਂ ਮਨੁੱਖ ਫਲੈਟਾਂ 'ਚ ਰਹਿਣ ਲੱਗ ਗਿਆ, ਅੱਜ ਦੇ ਦੌਰ 'ਚ ਜਦੋਂ ਜ਼ਿੰਦਗੀ ਇੰਨੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਭੀੜ ਭਾੜ ਵਾਲੀ ਹੈ, ਹਰ ਬੰਦਾ ਕਿਵੇਂ ਉੱਧਰ ਜਾਊਗਾ? ਦੇਖੋ, ਇਹ ਬੜਾ ਆਸਾਨ ਹੈ। ਅਸੀਂ ਆਪਣੇ ਆਪ ਨੂੰ ਨਾ ਇੱਕ ਕੰਡੀਸ਼ਨ ਕਰ ਲਿਆ ਕਿ ਅਸੀਂ ਐਵੇਂ ਹੋ ਗਏ ਹਾਂ। ਅਗਰ ਅਸੀਂ ਕੋਈ ਵੀ ਕੰਮ ਕਰਦੇ ਹਾਂ, ਜਿਤਨਾ ਅਸੀਂ ਨੇਚਰ ਦੇ ਕਲੋਜ਼ ਰਹਿ ਕੇ ਕਰਦੇ ਹਾਂ, ਸਾਡੀ ਉਨੀ ਜ਼ਿਆਦਾ ਤਰੱਕੀ ਹੁੰਦੀ ਹੈ, ਕਿਉਂਕਿ ਮਨ ਖੁਸ਼ ਹੁੰਦਾ ਹੈ। ਪਰ ਅਸੀਂ ਇਤਨਾ ਦੌੜ 'ਚ ਅਸੀਂ ਲੱਗ ਗਏ, ਦੁਨਿਆਵੀ ਦੌੜ 'ਚ, ਕਿ ਅਸੀਂ ਹੋਰ ਤੇ ਹੋਰ ਆਪਣੇ ਆਪ ਦੀ ਸੁੱਧ ਬੁੱਧ ਭੁੱਲ ਚੁੱਕੇ ਹਾਂ। ਆਪਣੇ ਆਪ ਨੂੰ ਸੁੱਖ ਦੇਣ ਦੀ ਬਜਾਏ ਅਸੀਂ ਦੁੱਖਾਂ 'ਚ ਪਾ ਲਿਆ। ਜਦ ਤੱਕ ਅਸੀਂ ਕੁਦਰਤ ਦੇ ਨਜ਼ਦੀਕ ਨਹੀਂ ਹੋਵਾਂਗੇ, ਕਦੇ ਸੁਖੀ ਨਹੀਂ ਹੋ ਸਕਦੇ। ਮੈਂ ਇੱਕ ਉਦਾਹਰਣ ਦੇਣਾ ਚਾਹੂੰਗਾ। ਆਪ ਜੀ ਮੋਹਾਲੀ, ਚੰਡੀਗੜ੍ਹ, ਜੀ, ਵੱਡੇ ਵੱਡੇ ਸ਼ਹਿਰਾਂ ਜਾਂਦੇ ਹੋ ਜੀ, ਅੱਜ 40% ਤੋਂ ਲੈ ਕੇ 50% ਦੇ ਵਿਚਕਾਰ ਡਾਟਾਜ਼ ਹੈ ਕਿ ਜਿਹੜੀ ਕੋਠੀਆਂ ਖਾਲੀ ਪਈਆਂ, ਜਿੱਥੇ ਬਜ਼ੁਰਗ ਦੁਖੀ ਹੋ ਰਹੇ ਹੈ, ਜਿੱਥੇ ਸੁੱਖ ਬਿਲਕੁਲ ਨਾ ਮਾਤਰ ਵੀ ਨਹੀਂ ਹੈ। ਦੂਸਰਾ, ਅਸੀਂ ਪੰਜਾਬ ਵਿੱਚ ਬੈਠੇ ਹਾਂ। ਪੰਜਾਬ ਵਿੱਚ ਅੱਜ 70% ਇੱਦਾਂ ਦੇ ਲੋਕ ਹੈ ਜਿਨ੍ਹਾਂ ਦੇ ਸੰਤਾਨ ਪੈਦਾ ਨਹੀਂ ਹੋ ਸਕਦੀ। ਬਹੁਤ ਵੱਡੀ ਗਿਣਤੀ ਹੈ, ਬਹੁਤ ਵੱਡੀ ਗਿਣਤੀ। ਇਹਦੇ ਪਿੱਛੇ ਕੀ ਕਾਰਨ ਹੈ? ਇਹਦੇ ਪਿੱਛੇ ਕਾਰਨ ਹੈ, ਜਦ ਸਾਡਾ ਦੇਸ਼ ਆਜ਼ਾਦ ਹੋਇਆ ਉਸ ਵਕਤ ਵੀ ਸਾਡੇ ਦੇਸ਼ ਦੇ ਅੰਦਰ ਹਰ ਇੱਕ ਵਿਅਕਤੀ ਦੇ ਪਿੱਛੇ ਲਗਭਗ 2000 ਤੋਂ ਲੈ ਕੇ 2500 ਤੱਕ ਜਾਨਵਰ, ਜੀਵ ਜੰਤੂ ਸੀ। ਕਿਉਂਕਿ ਜੰਗਲ ਹੁੰਦੇ ਸੀ, ਉਹਨਾਂ ਦੇ ਪੰਛੀ ਬੈਠੇ ਹੈ, ਘਰ 'ਚ 4-5 ਪੇੜ ਹੈ, ਉਹਨਾਂ ਦੇ ਪੰਛੀ ਬੈਠੇ ਹੈ। ਸਾਡੇ ਪਾਲਤੂ ਜਾਨਵਰ ਹੁੰਦੇ ਸੀ, ਲੇਕਿਨ ਅੱਜ ਉਹ ਨਹੀਂ ਹੈ। ਅਸੀਂ ਈਕੋਸਿਸਟਮ ਖਤਮ ਕਰਤਾ। ਉਹਨਾਂ ਦਾ ਸਾਡੇ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪਿਆ। ਇਸ ਗੱਲ ਦਾ ਪਹਿਲੇ ਬੱਚੇ ਕੀ ਕਰਦੇ ਸੀ? ਇੱਕ ਗਾਂ ਹੈ, ਘਰ 'ਚ ਮੱਝ ਹੈ, ਉਹਨੂੰ ਚਰਾਉਣ ਲੈ ਜਾਂਦੇ ਸੀ, ਭੱਜਦੇ ਸੀ, ਦੌੜਦੇ ਸੀ, ਜੜੀ ਬੂਟੀਆਂ ਖਾਂਦੇ ਸੀ। ਸਾਡੇ ਪਸ਼ੂ ਜੜੀ ਬੂਟੀਆਂ ਖਾਂਦੇ ਸੀ, ਉਹਨਾਂ ਦਾ ਅਸੀਂ ਦੁੱਧ ਪੀਂਦੇ ਸੀ, ਸਾਨੂੰ ਉਹ ਅੰਮ੍ਰਿਤ ਵਰਗੀ ਦੁੱਧ ਪ੍ਰਾਪਤ ਹੁੰਦਾ ਸੀ। ਲੇਕਿਨ ਅੱਜ ਉਹ ਨਹੀਂ ਹੈ। ਔਰ ਉਸ ਦਾ ਕਾਰਨ ਕੀ ਹੈ? ਸਾਡਾ ਮਨ ਔਰ ਤਨ ਅੰਦਰੋਂ ਖਰਾਬ ਹੋ ਚੁੱਕਿਆ ਹੈ। ਅਸੀਂ ਦੂਜੇ ਸ਼ਬਦਾਂ 'ਚ ਕੀ ਹੈ? ਨਪੁੰਸਕ ਹੋ ਚੁੱਕੇ ਹਾਂ। ਤੇ ਉਸ ਤੋਂ ਬਚਣ ਦਾ ਇੱਕ ਤਰੀਕਾ ਹੈ ਕਿ ਅਸੀਂ ਕੁਦਰਤ ਨੂੰ ਪਛਾਣੀਏ, ਜੜੀ ਬੂਟੀਆਂ ਦੇ ਨਾਲ ਲੱਗੀਏ। ਇਹ ਪੰਜਾਬ ਹਰਿਆਣੇ 'ਚ ਕਿਉਂ ਵਧੀ ਹੈ ਸਮੱਸਿਆ? ਬਾਕੀ ਦੇਸ਼ ਵੀ ਤਾਂ ਪਿਆ ਇੰਨਾ ਵੱਡਾ। ਇਹ ਜ਼ਿਆਦਾਤਰ ਜਿੰਨੇ IVF ਸੈਂਟਰਸ ਵੀ ਖੁੱਲੇ ਹੈ, ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਨਾਰਥ ਇੰਡੀਆ 'ਚੋਂ ਜ਼ਿਆਦਾ ਖੁੱਲੇ ਔਰ ਪੰਜਾਬ ਹਰਿਆਣੇ 'ਚ ਉਹਦੀ ਗਿਣਤੀ ਬਹੁਤ ਜ਼ਿਆਦਾ ਹੈ। ਮੈਂ ਇੱਕ ਗੱਲ ਨਾ ਆਪ ਜੀ ਦਾ ਜਵਾਬ ਦੂਜੇ ਢੰਗ ਨਾਲ ਦੇਣ ਦੀ ਕੋਸ਼ਿਸ਼ ਕਰੂੰਗਾ। ਆਪ ਜੀ ਦੇਖੋ, ਸਭ ਤੋਂ ਜ਼ਿਆਦਾ ਜੋ ਸੰਤ ਮਤ ਜਿਹਨੂੰ ਕਹਿੰਦੇ ਆਪਾਂ, ਗੁਰਮਤ ਜਿਹਨੂੰ ਕਹਿੰਦੇ ਆ, ਗੁਰੂਆਂ ਦੀ ਸਿੱਖਿਆ ਕਿੱਥੇ ਫੈਲੀ? ਪੰਜਾਬ 'ਚ। ਜੀ। ਇੱਕ ਮਹਾਂਪੁਰਖ ਨੂੰ ਮੈਂ ਪੁੱਛਿਆ, ਮੈਂ ਕਿਹਾ, ਉਹਨਾਂ ਅੱਗੇ ਬੜੀ ਬੇਨਤੀ ਕੀਤੀ, ਮੈਂ ਕਿਹਾ ਜੀ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਜਿੱਥੇ ਗੁਰੂ ਸਾਹਿਬਾਨ ਦਾ, ਜਿਹਨੂੰ ਅਸੀਂ ਕਹਿੰਦੇ ਪੰਜਾਬ ਵਸਦਾ ਗੁਰੂਆਂ ਦੇ ਨਾਮ ਤੋਂ ਹੈ, ਉੱਥੇ ਸਮੱਸਿਆਵਾਂ ਇੰਨੀਆਂ ਜ਼ਿਆਦਾ ਕਿਉਂ? ਉਹ ਬੜੇ ਬਜ਼ੁਰਗ ਨੇ, ਮੈਨੂੰ ਕਹਿਣ ਲੱਗੇ, ਪੁੱਤਰ, ਕਹਿੰਦੇ ਕਿ ਜਿੱਥੇ ਰੋਗੀ ਹੁੰਦੇ ਆ ਨਾ, ਉੱਥੇ ਹੀ ਡਾਕਟਰ ਹੁੰਦੇ ਆ। ਕਹਿੰਦੇ ਜ਼ਿਆਦਾ ਇੱਥੇ ਪ੍ਰਚਾਰ ਇਸੇ ਲਈ ਹੁੰਦਾ ਕਿ ਸਭ ਤੋਂ ਜ਼ਿਆਦਾ ਜਿਹੜੇ ਆਪਾਂ ਸੋਚਦੇ ਬਹੁਤ ਚੰਗੇ ਲੋਕ ਹੈ, ਸਭ ਤੋਂ ਜ਼ਿਆਦਾ ਬੁਰਾਈਆਂ ਇਸੇ ਖੇਤਰ 'ਚ ਹੈ ਜਿੱਥੇ ਗੁਰੂ ਸਾਹਿਬਾਨ ਆਏ ਨਾ। ਕਿਉਂ ਆਏ? ਕਿਉਂਕਿ ਇੱਥੇ ਜ਼ਰੂਰਤ ਹੈ। ਲੇਕਿਨ ਇਹਦਾ ਦੂਜਾ ਪੱਖ ਇਹ ਵੀ ਹੈ
ਜਿਹੜੇ ਜਿਹੜੇ ਗੁਰੂ ਇਹ ਦੁਨੀਆ ਦੁਖੀ ਦੇਖ ਕੇ, ਇੱਥੇ ਕਸ਼ਟ ਦੇਖ ਕੇ, ਬੁਰਾਈਆਂ ਦੇਖ ਕੇ ਉਹ ਦੁਨੀਆ ਨੂੰ ਛੱਡਣ ਦੀ ਕੋਸ਼ਿਸ਼ ਕਰਨਗੇ ਕਿ ਯਾਰ ਬੜਾ ਬੁਰਾ ਹਾਲ ਹੈ ਦੁਨੀਆ 'ਚ, ਤੇ ਉਹ ਕੀ ਕਰਨਗੇ, ਉਹ ਫਿਰ ਗੁਰੂ ਦੀ ਸਿੱਖਿਆ ਨਾਲ ਜੁੜਨਗੇ। ਜਿਹੜਾ ਜੁੜ ਜਾਣਾ ਹੈ ਉਹ ਆਪ ਵੀ ਤਰੇਗਾ ਔਰ ਦੁਨੀਆ ਨੂੰ ਵੀ ਤਾਰੇਗਾ। ਸਵਾਮੀ ਜੀ, ਤੁਹਾਡੀਆਂ ਇਹਨਾਂ ਗੱਲਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਇਹ ਦਿੱਕਤ ਹੋ ਸਕਦੀ ਹੈ। ਉਹ ਕਹਿਣਗੇ ਕਿ ਅੱਜ ਉਸ ਦੌਰ 'ਚੋਂ ਅਸੀਂ ਲੰਘ ਰਹੇ ਹਾਂ ਜਿੱਥੇ ਹਰ ਰੋਜ਼ ਅਸੀਂ ਇਹ ਚਰਚਾ ਕਰਦੇ ਹਾਂ ਕਿ RSS ਤਾਂ ਸਿੱਖਾਂ ਨੂੰ ਅਸਿਮੀਲੇਟ ਕਰਨਾ ਚਾਹ ਰਹੀ ਹੈ, ਉਹ ਸਨਾਤਨ ਦਾ ਹਿੱਸਾ ਦੱਸਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਔਰ ਇਹ ਕਿਹਾ ਜਾ ਰਿਹਾ ਵੀ ਹਿੰਦੂ ਸਿੱਖ ਜਿਹੜਾ ਸਿੱਖ ਹੈ ਉਹ ਹਿੰਦੂ ਦਾ ਹੀ ਹਿੱਸਾ ਹੈ, ਔਰ ਦੂਜਾ ਜਿਹੜਾ ਇੱਕ ਹਿੱਸਾ ਹੈ ਉਹ ਵਾਰ-ਵਾਰ ਇਸ ਗੱਲ ਦਾ ਪ੍ਰੋਟੈਸਟ ਕਰਦਾ ਹੈ ਕਿ ਤੁਸੀਂ ਇਹ ਗੱਲ ਨਾ ਕਰੋ ਔਰ ਅਸੀਂ ਪ੍ਰੂਵ ਕਰਦੇ ਹਾਂ। ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਦਾ ਕੰਪੈਰੀਜ਼ਨ ਲੈ ਕੇ ਆਉਂਦੇ ਹੋ ਕਿ ਜੋ ਗੁਰਬਾਣੀ 'ਚ ਹੈ ਉਹ ਪੁਰਾਣਾਂ 'ਚ, ਵੇਦਾਂ 'ਚ ਵੀ ਹੈ, ਔਰ ਤਕਰੀਬਨ ਅਧਿਆਤਮ ਪੱਖ ਤੋਂ ਅਸੀਂ ਸਿਮਿਲਰ ਹਾਂ ਆਲਮੋਸਟ, ਤੁਸੀਂ ਇਹ ਗੱਲ ਕਹਿ ਰਹੇ ਹੋ, ਤਾਂ ਤੁਹਾਡੀ ਇਸ ਗੱਲ ਦੇ ਉੱਤੇ ਵਿਰੋਧ ਵੀ ਹੋ ਸਕਦਾ ਹੈ ਕਿ ਸ਼ਾਇਦ ਸਵਾਮੀ ਜੀ ਉਸੇ ਲੜੀ ਦਾ ਇੱਕ ਹਿੱਸਾ ਹੈ ਔਰ ਇਹ ਕੋਸ਼ਿਸ਼ ਕਰ ਰਹੇ ਹੈ ਕਿ ਇੱਕ ਤਰੀਕੇ ਦੇ ਨਾਲ ਸਿੱਖ ਨੂੰ ਹਿੰਦੂ ਦਾ ਹੀ ਹਿੱਸਾ ਸਾਬਤ ਕੀਤਾ ਜਾਵੇ। ਨਹੀਂ ਦੇਖਿਓ, ਮੈਂ ਕੋਈ ਵੀ ਗੱਲ ਆਪ ਜੀ ਨੂੰ ਬੜੇ ਪਿਆਰ ਨਾਲ ਕਹਿਣਾ ਚਾਹੂੰਗਾ, ਸਾਰੇ ਸਾਡੇ ਸਿੱਖ ਬੰਧੂਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਮੈਂ ਕੋਈ ਵੀ ਇੱਦਾਂ ਦੀ ਗੱਲ ਕਦੇ ਨਹੀਂ ਕਰਦਾ ਜੋ ਸਾਡੇ ਧਰਮ ਗ੍ਰੰਥਾਂ 'ਚ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦਾ ਹਵਾਲਾ ਨਹੀਂ ਦਿੰਦਾ। ਜਿਸ ਤਰ੍ਹਾਂ ਮੈਂ ਇੱਕ ਸ਼ਬਦ ਆਪ ਜੀ ਪੜ੍ਹਨਾ ਚਾਹੂੰਗਾ ਜੀ। ਬਾਣੀ ਕਹਿੰਦੀ ਹੈ, ਚਾਰ ਪੁਕਾਰੇ ਨਾ ਤੂੰ ਮਾਨੈ, ਕਿ ਚਾਰੇ ਵੇਦ ਪੁਕਾਰਦੇ ਨੇ ਪਰ ਤੁਸੀਂ ਮੰਨਦੇ ਨਹੀਂ। ਇਹ ਬਾਣੀ ਕਹਿ ਰਹੀ ਹੈ, ਚਾਰ ਪੁਕਾਰੇ ਨਾ ਤੂੰ ਮਾਨੈ, ਸੱਟ ਵੀ ਏਕਾ ਬਾਤ ਬਖਾਨੈ। 6 ਸਾਡੀ ਫਿਲਾਸਫੀਜ਼ ਹੈ, ਦਰਸ਼ਨ ਸ਼ਾਸਤਰ ਵੀ ਇਹ ਗੱਲ ਸਮਝਾਉਂਦੇ ਆ। ਫਿਰ ਕਹਿੰਦੇ 10 ਅਸ਼ਟੀ ਮਿਲ ਏਕੋ ਕਹਿਆ, ਤੋ ਵੀ ਜੋਗੀ ਭੇਦ ਨਾ ਲਹਿਆ। ਕਹਿੰਦਾ 10 ਤੇ 8 18 ਪੁਰਾਣਾ ਨੇ ਵੀ ਇਹ ਗੱਲ ਸਮਝਾਈ ਹੈ, ਕਹਿੰਦਾ ਫਿਰ ਵੀ ਤੁਹਾਨੂੰ ਭੇਦ ਨਹੀਂ ਆਇਆ। ਕੀ ਭੇਦ ਲੈਣਾ? ਮਤ ਵਾਰੋ ਰੇ ਜੋਗੀਆ ਮਤ ਵਾਰੋ ਰੇ ਕਿੰਕਰੀ ਅਨੂਪ ਬਾਜੈ। ਜਿੱਥੇ ਅਸੀਂ ਟੀਕਾ ਲਾਉਂਦੇ ਹਾਂ ਨਾ, ਟੀਕਾ ਕੋਈ ਸਿੰਬੋਲਿਕ ਹੈ ਕਿ ਇੱਥੋਂ ਸਾਡਾ ਸਫ਼ਰ ਸ਼ੁਰੂ ਹੋਣਾ ਹੈ। ਤੇ ਇੱਥੇ ਧਿਆਨ ਇਕਾਗਰ ਕਰਕੇ ਉਹ ਕੀਰਤਨ ਸੁਣਨਾ ਹੈ। ਬਾਣੀ ਕਹਿੰਦੀ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਉਹਨੂੰ ਬੜੇ ਧਿਆਨ ਦੇ ਨਾਲ ਜਪਣਾ। ਬਾਣੀ ਕਹਿੰਦੀ ਹੈ ਵੇਦਾਂ ਮਹਿ ਨਾਮ ਉੱਤਮ, ਸੋ ਸੁਣੇ ਨਹੀਂ ਫਿਰੈ ਜੋ ਬਿਤਾਲਿਆ। ਕਹਿੰਦਾ ਵੇਦਾਂ 'ਚ ਨਾਮ ਉੱਤਮ ਹੈ, ਉਹਨੂੰ ਸੁਣਦੇ ਨਹੀਂ, ਹੋਰ ਅਸੀਂ ਗੱਲਾਂ ਕਰ ਰਹੇ ਹਾਂ। ਇਹੀ ਗੱਲ ਸਨਾਤਨ ਨੇ ਕਹੀ ਹੈ ਕਿ ਅੰਦਰੋਂ ਸ਼ਬਦ ਨੂੰ ਸੁਣੋ, ਨਾਮ ਨੂੰ ਸੁਣੋ, ਦੋਵਾਂ 'ਚ ਕੋਈ ਅੰਤਰ ਨਹੀਂ। ਮੈਂ ਕਹਿਣ ਦਾ ਕੋਸ਼ਿਸ਼ ਕਰ ਰਿਹਾ। ਬਾਣੀ ਕਹਿੰਦੀ ਹੈ ਚਾਰੇ ਵੇਦ ਹੋਏ ਸਚਿਆਰ, ਚਾਰੋਂ ਵੇਦ ਸੱਚੇ ਹੋਏ ਆ। ਬਾਣੀ 'ਚ ਦੇਖੋ, ਆਪਾਂ ਅਗਰ ਸ਼ਬਦ ਪੜ੍ਹੀਏ, ਹੁਣ ਆਪਾਂ ਗੱਲ ਕਰਦੇ ਹਾਂ ਭੱਠਾਂ ਦੀ ਬਾਣੀ ਜੀ, ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦਰਜ ਹੈ ਉਸ ਨੂੰ ਅਸੀਂ ਮੰਨਾਂਗੇ ਕਿ ਉਹ ਗੁਰੂਆਂ ਦੀ ਬਾਣੀ ਹੈ, ਕਿਉਂਕਿ 10 ਗੁਰੂ ਸਾਹਿਬਾਨ, 6 ਗੁਰੂ ਸਾਹਿਬਾਨ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਭੱਠਾਂ ਦੀ ਬਾਣੀ ਹੈ। ਉਹ ਸਾਰੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 9ਵੀਂ ਪਾਤਸ਼ਾਹੀ ਦੀ ਬਾਣੀ ਵੀ ਦਰਜ ਕਰਕੇ ਉਹਨੂੰ ਇੱਕ ਗੁਰੂ ਦੇ ਰੂਪ 'ਚ ਸਾਨੂੰ ਉਹਦੇ ਲੜ ਲਾਤਾ। ਹੁਣ ਕੀ ਕਹਿੰਦਾ ਗੁਰੂ ਗ੍ਰੰਥ ਸਾਹਿਬ? ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ। ਉਹਨੇ ਬਾਣੀ ਕਹਿ ਰਹੀ ਹੈ, ਅਸੀਂ ਕੋਈ RSS, ਕੋਈ ਸਨਾਤਨੀ ਜਿਹੜੇ ਜਿਹਨਾਂ ਨੂੰ ਅਸੀਂ ਬੁੱਧੀਜੀਵੀ ਕਹੀਏ ਜਾਂ ਕੱਟੜਤਾ ਵਾਲੇ ਕਹੀਏ, ਉਹਨਾਂ ਦੀ ਗੱਲ ਨਹੀਂ ਕਰ ਰਹੇ। ਅਸੀਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ। ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, द्वापर कृष्ण मुरार कंस कृतार्थ कियो, उगर सैन को राज अभय भगत जन दियो। कलयुग प्रमाण नानक अंगद गुर अमर कहायो। वो कहते कलयुग च हे परमात्मा तू नानक बन के आ गया, अंगद बन के आ गया, गुरु साहिबान के रूप च आ गया। ते द्वापर च किवें आया सी? कृष्ण के रूप च। त्रेते च किवें आया सी? राम के रूप च। सतयुग च किवें आया सी? वामन के रूप च। ਹੁਣ ਆਪ ਜੀ ਤੋਂ ਗਹਿਰਾਈ ਨਾਲ ਜਾਓਗੇ, ਗੀਤਾ ਕੀ ਕਹਿੰਦੀ ਹੈ? ਯਦਾ ਯਦਾ ਹੀ ਧਰਮस्य ਗਲਾਨਿਰਭਵਤੀ ਭਾਰਤ, ਅਭਿਉਥਾਨਮ ਧਰਮस्य ਤਦਾ ਆਤਮਨਾਮ ਸਰਜਾਮि ਅਹਮ, परितरणाय साधूनाम विनाशाय दुष्कृताम, धर्म संस्थापनार्थाय संभवामि युगे युगे। ਇਹਦਾ ਅਰਥ ਹੈ ਕਿ ਮੈਂ ਹਰ ਯੁੱਗ 'ਚ ਧਰਮ ਦੀ ਸਥਾਪਨਾ ਕਰਨ ਵਾਸਤੇ, ਸਾਧੂਆਂ ਦਾ ਉਥਾਨ ਕਰਨ ਵਾਸਤੇ, ਪਾਪੀਆਂ ਦਾ ਨਾਸ਼ ਕਰਨ ਵਾਸਤੇ ਆਂਦਾ। ਬਾਣੀ ਵੀ ਇਹੀ ਗੱਲ ਕਹਿੰਦੀ ਹੈ।
ਬਾਣੀ ਕਹਿੰਦੀ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਕਹਿੰਦਾ ਭਗਤ ਨੂੰ ਤਾਰਤਾ ਤੇ ਪਾਪੀ ਨੂੰ ਮਾਰਤਾ। ਦੇਖੋ ਇੱਥੇ ਇੱਕ ਬਹੁਤ ਗਹਿਰਾਈ ਦੀ ਗੱਲ ਹੈ, ਬਾਣੀ ਕੀ ਸਮਝਾ ਰਹੀ ਹੈ। ਪ੍ਰਹਲਾਦ ਔਰ ਹਰਨਾਕਸ਼ ਦੋਵੇਂ ਪਿਓ ਪੁੱਤਰ ਹੈ, ਪਰ ਇੱਕ ਰਾਖਸ਼ ਹੈ, ਇੱਕ ਭਗਤ ਹੈ। ਇਹਦਾ ਮਤਲਬ ਕੋਈ ਜਾਤ ਪਾਤ ਕੋਈ ਧਰਮ ਨਹੀਂ ਹੈ। ਇੱਥੇ ਗੱਲ ਹੈ ਕਿ ਸਾਡੇ ਵਿਚਾਰ ਕਿੱਦਾਂ ਦੇ ਹੈ। ਅਸੀਂ ਪਰਮਾਤਮਾ ਨੂੰ ਮੰਨਣ ਵਾਲੇ ਹਾਂ ਜਾਂ ਪਰਮਾਤਮਾ ਤੋਂ ਵਿਰੁੱਧ ਦੁਨੀਆ ਨੂੰ ਦੁੱਖ ਦੇਣ ਵਾਲੇ ਹਾਂ। ਜਿਹੜਾ ਦੁੱਖ ਦਿੰਦਾ ਦੁਨੀਆ ਨੂੰ ਰਾਖਸ਼ ਹੈ, ਔਰ ਜਿਹੜਾ ਦੁਨੀਆ ਨੂੰ ਸੁੱਖ ਦਿੰਦਾ ਉਹ ਦੇਵਤਾ ਹੈ। ਤੇ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਹੀ ਹੈ। ਦਸਮ ਗ੍ਰੰਥ ਅਗਰ ਆਪ ਜੀ ਪੜ੍ਹਦੇ ਹੋ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਨਮਨ ਕਰਦਾ, ਦਸਮ ਗ੍ਰੰਥ ਤੇ ਕਿੰਤੂ ਪਰੰਤੂ ਕਰਨ ਵਾਲੇ ਵੀ ਹੈ ਔਰ ਦਸਮ ਗ੍ਰੰਥ ਨੂੰ ਗੁਰੂ ਦੀ ਬਾਣੀ ਮੰਨਣ ਵਾਲੇ ਵੀ। ਤੁਸੀਂ ਪੜ੍ਹਦੇ ਹੋ ਦਸਮ ਗ੍ਰੰਥ ਸਾਹਿਬ? ਹਾਂ, ਉਹ ਵੀ ਪੜ੍ਹਦਾ। ਦਸਮ ਗ੍ਰੰਥ 'ਚ ਲਿਖਿਆ ਯਾਹੀ ਕਾਜ ਧਰਾ ਹਮ ਜਨਮਮ, ਸਮਝ ਲਿਓ ਸਾਧੂ ਮਨਮਮ। ਕਹ ਸਾਰੇ ਸਾਧੂ ਮਨ 'ਚ ਗੱਲ ਬਿਠਾ ਲਓ ਕਿ ਮੈਂ ਦੁਨੀਆ 'ਚ ਕਿਉਂ ਆਇਆ। ਗੁਰੂ ਸਾਹਿਬ ਕਹਿੰਦੇ ਧਰਮ ਦੀ ਰੱਖਿਆ ਕਰਨ ਵਾਸਤੇ, ਸਾਧੂਆਂ ਦਾ ਉਭਾਰ ਕਰਨ ਵਾਸਤੇ, ਔਰ ਦੁਸ਼ਟ ਸਭਨ ਕੋ ਮੂਲ ਉਪਾਰਨ। ਕਹਿੰਦਾ ਦੁਸ਼ਟਾਂ ਨੂੰ ਮੈਂ ਮੂਲ ਤੋਂ ਜੜ ਤੋਂ ਪੁੱਟ ਕੇ ਰੱਖ ਦੇਣਾ। ਇਹੀ ਗੱਲ ਤੇ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ, ਇਹੀ ਗੱਲ ਗੀਤਾ ਕਹਿ ਰਹੀ ਹੈ ਕਿ ਸੰਤਾਂ ਦੇ ਆਉਣ ਦਾ ਪ੍ਰਯੋਜਨ, ਅਵਤਾਰਾਂ ਦੇ ਆਉਣ ਦਾ ਭਾਵ ਇੱਕ ਹੁੰਦਾ ਜਦੋਂ ਅਧਰਮ ਵੱਧ ਜਾਂਦਾ ਹੈ, ਫਿਰ ਉਹ ਆਉਂਦੇ ਹੈ ਦੁਨੀਆ 'ਚ ਸੁੱਖ ਦੇਣ ਵਾਸਤੇ। ਜਿੱਦਾਂ ਆਪਾਂ ਬਾਣੀ ਦਾ ਇੱਕ ਸ਼ਬਦ ਹੈ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਿ ਚੜਿਆ। ਕਿ ਜਦੋਂ ਸਭ ਕੂੜ ਦਾ ਪਸਾਰਾ ਹੋ ਜਾਂਦਾ ਹੈ, ਜਿਹੜੇ ਰਾਜੇ ਹੈ ਉਹ ਅਧਰਮੀ ਹੋ ਜਾਂਦੇ ਹੈ, ਫਿਰ ਉਹ ਅਕਾਲ ਪੁਰਖ ਦੇ ਅੱਗੇ ਜਿਹੜੇ ਭਗਤ ਪਿਆਰੇ ਫਰਿਆਦ ਕਰਦੇ ਹੈ, ਫਿਰ ਉਹ ਅਕਾਲ ਪੁਰਖ ਇੱਥੇ ਆਉਂਦਾ ਹੈ। ਜਿਸ ਤਰ੍ਹਾਂ ਸਵਾਮੀ ਜੀ, ਤੁਹਾਨੂੰ ਲੱਗਦਾ ਕਿ ਹਰ ਇੱਕ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਚਾਹੀਦੀ ਹੈ? ਪੜ੍ਹਨੀ ਹੀ ਚਾਹੀਦੀ ਹੈ ਜੀ, ਕਿਉਂਕਿ ਕਲਯੁਗ ਦਾ ਜਿਹੜਾ ਬਹੁਤ ਹੈ, ਕਲਯੁਗ ਦਾ ਜਿਹੜਾ ਬੇੜਾ ਹੈ, ਜਹਾਜ਼ ਹੈ, ਉਹ ਗੁਰੂ ਗ੍ਰੰਥ ਸਾਹਿਬ ਹੈ। ਹਰੇਕ ਨੂੰ ਪੜ੍ਹਨੀ ਚਾਹੀਦੀ। ਅੱਜ ਇੰਨੇ ਕਨਫਲਿਕਟਿੰਗ ਦੌਰ 'ਚ ਕੀ ਤੁਸੀਂ ਹਿੰਦੂ ਵੀਰਾਂ ਨੂੰ ਵੀ ਇਹ ਕਹਿੰਦੇ ਹੋ ਜਾ ਕੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ? ਮੈਂ ਬੜਾ ਹੈਰਾਨ ਹੁੰਦਾ ਜੀ, ਸਾਡੇ ਲਗਭਗ 30 ਤੋਂ 40% ਹਿੰਦੂ ਅੱਜ ਦੀ ਡੇਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਪੜ੍ਹਦੇ ਆ। ਹਿੰਦੂਆਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਕਿਉਂ? ਕਿਉਂਕਿ ਜਦੋਂ ਬਾਣੀ ਪੜ੍ਹਦੇ ਕੋਈ ਫਰਕ ਨਹੀਂ ਹੈ, ਬਾਣੀ 'ਚ ਕੋਈ ਫਰਕ ਨਹੀਂ ਹੈ। ਇਹ ਕੁਛ ਲੋਕ ਇੱਦਾਂ ਦੇ ਹੁੰਦੇ ਆ ਹਮੇਸ਼ਾ ਜੋ ਇਹ ਫਰਕ ਪਾਉਂਦੇ ਆ। ਜਿੱਦਾਂ ਮੈਂ ਇੱਕ ਸ਼ਬਦ ਦੱਸਦਾ, ਹੁਣ ਆਪਾਂ ਗੱਲ ਕੀਤੀ ਰਾਮ ਭਗਵਾਨ ਨੂੰ ਕੀ ਕਿਹਾ? ਅਵਤਾਰ। ਹੁਣ ਸਾਡੇ ਕਈ ਕਹਿ ਦਿੰਦੇ ਜੀ, ਇੱਕ ਬਾਣੀ ਦਾ ਸ਼ਬਦ ਹੈ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਹੁਣ ਉਹਦਾ ਅਰਥ ਹੈ ਕਿ ਰਾਮ ਉਹ ਪਰਮਾਤਮਾ ਦੇ ਰੂਪ 'ਚ ਦੁਨੀਆ 'ਚ ਆਏ, ਇਨਸਾਨ ਬਣ ਕੇ ਉਹਨਾਂ ਨੂੰ ਵੀ ਜਾਣਾ ਪਿਆ। ਹਰੇਕ ਅਵਤਾਰ ਨੂੰ ਜਾਣਾ ਪੈਂਦਾ ਹੈ ਦੁਨੀਆ ਤੋਂ। ਰਾਮ ਗਇਓ ਰਾਵਣ ਗਇਓ, ਉਹਦਾ ਗਲਤ ਅਰਥ ਕਰਦੇ ਕਿ ਰਾਮ ਤੇ ਚਲੇ ਗਏ ਜੀ। ਲੇਕਿਨ ਬਾਣੀ 'ਚ ਇਹ ਵੀ ਲਿਖਿਆ ਹੈ, ਦੇਖੋ ਬਾਣੀ 'ਚ ਕੀ ਲਿਖਿਆ, ਰਾਮ ਭਗਵਾਨ ਦੀ ਮਹਿਮਾ ਦੇਖੋ। ਕਹਿੰਦੇ ਦੇਵਾ ਪਾਹਨ ਤਾਰੀਅਲੇ, ਕਹਿੰਦਾ ਪਰਮਾਤਮਾ ਨੇ ਕਹੋ ਜਾਂ ਰਾਮ ਭਗਵਾਨ ਦੇ ਦੇਵਤੇ ਜਿਹੜੇ ਨਲ ਨੀਲ ਸੀ, ਉਹ ਪੱਥਰ ਰੱਖਦੇ ਸੀ ਤੇ ਪੱਥਰ ਤਰ ਰਹੇ ਸੀ। ਰਾਮ ਸੇਤੂ ਬਣਿਆ ਨਾ। ਦੇਵਾ ਪਾਹਨ ਤਾਰੀਅਲੇ, ਰਾਮ ਕਹਿਤ ਜਨ ਕਸ ਨ ਤਰੇ। ਕਹਿੰਦਾ ਜਿਹਨੇ ਪੱਥਰ ਤਾਰਤੇ ਤੇ ਉਹ ਰਾਮ ਦਾ ਨਾਮ ਲੈਣ ਤੋਂ ਬੰਦਾ ਨਹੀਂ ਤਰੇਗਾ। ਇਹ ਬਾਣੀ ਕਹਿ ਰਹੀ ਹੈ, ਰਾਮ ਕਹਿਤ ਜਨ ਕਸ ਨ ਤਰੇ। ਇਹ ਕਨਫਲਿਕਟਿੰਗ ਗੱਲ ਵੀ ਹੈ ਕਿ ਬਾਣੀ ਦੇ ਵਿੱਚ ਜਿਸ ਦਸ਼ਰਥ ਪੁੱਤਰ ਰਾਮ ਦਾ ਜ਼ਿਕਰ ਵੀ ਹੈ, ਔਰ ਰਾਮ ਜਿਹੜਾ ਉਹ ਉਸ ਪਰਮਾਤਮਾ ਨੂੰ ਵੀ ਡਿਨੋਟ ਕਰਕੇ ਗਿਆ। ਮੈਂ ਇਸ ਨੂੰ ਕਲੀਅਰ ਕਰਾਂ, ਇਹ ਵੀ ਇੱਕ ਗੱਲ ਕਨਫਲਿਕਟਿੰਗ ਹਮੇਸ਼ਾ ਰਹਿੰਦੀ ਹੈ। ਇਹ ਬੜਾ ਕਲੀਅਰ ਹੈ ਜੀ ਗੁਰਬਾਣੀ 'ਚ ਕੀ ਚੀਜ਼ ਹੈ। ਇਹ ਵੀ ਮੈਂ ਆਪ ਜੀ ਨੂੰ ਅੱਗੇ ਦੱਸਦਾ, ਬਿਲਕੁਲ ਸਾਫ਼ ਹੈ। ਜਿਹਦਾ ਬਾਣੀ ਕਹਿੰਦੀ ਹੈ ਗੋਤਮ ਨਾਰ ਅਹਲਿਆ ਤਾਰੀ, ਗੋਤਮ ਨਾਰ ਅਹਲਿਆ ਤਾਰੀ। ਕਿ ਤੂੰ ਕਿਹਨੂੰ ਤਾਰਤਾ? ਗੌਤਮ ਦੀ ਪਤਨੀ ਅਹਲਿਆ ਨੂੰ। ਅਗਲੇ ਲਿਖਿਆ ਪਾਵਨ ਕੇਤਕ ਤਾਰੀ ਅਲੇ, ਤੂੰ ਹੋਰ ਵੀ ਬੜਿਆਂ ਨੂੰ ਤਾਰਤਾ। ਹੁਣ ਕੀ ਫਰਕ ਹੈ ਰਾਮ 'ਚ, ਰਾਮ ਦੇ ਪੁੱਤਰ 'ਚ, ਔਰ ਉਹ ਨਿਰੰਕਾਰ ਪ੍ਰਭੂ 'ਚ ਕੀ ਫਰਕ ਹੈ? ਦੇਖੋ ਬਾਣੀ ਕੀ ਕਹਿੰਦੀ ਹੈ। ਮੈਂ ਇੱਕ ਸ਼ਬਦ ਜਦੋਂ ਪੂਰਾ ਪੜ੍ਹਦੇ ਹਾਂ ਤਾਂ ਸਮਝ ਆਉਂਦੀ ਹੈ ਗੱਲ। ਬਾਣੀ ਕਹਿੰਦੀ ਹੈ, ਕਹਿੰਦੇ ਆਦ ਨਿਰੰਜਨ ਪ੍ਰਭ ਨਿਰੰਕਾਰਾ। ਸੱਚਾ ਪ੍ਰਮਾਤਮਾ ਕੌਣ ਹੈ? ਜਿਹੜਾ ਆਦਿ ਜੁਗਾਦੀ ਤੋਂ ਚੱਲਿਆ ਆ ਰਿਹਾ, ਜਿਸ ਦੀ ਆਪਾਂ ਮਿਆਦ ਨਹੀਂ ਮੁਕਰਰ ਕਰ ਸਕਦੇ। ਰਾਮ ਭਗਵਾਨ ਤੇ ਅੱਜ ਤੋਂ ਆਪਾਂ ਕਹਿ ਸਕਦੇ ਹਾਂ 10 ਲੱਖ ਸਾਲ ਪਹਿਲੇ ਆਏ, ਲੇਕਿਨ ਉਸ ਪਰਮਾਤਮਾ ਦੀ ਕੋਈ ਮਿਆਦ ਨਹੀਂ ਹੈ। ਉਹ ਸਦਾ ਤੋਂ ਚੱਲਿਆ ਆ ਰਿਹਾ, ਨਿਰੰਕਾਰਾ, ਉਸਦਾ ਕੋਈ ਆਕਾਰ ਨਹੀਂ ਹੈ। ਸਭ ਮੈਂ ਵਰਤੈ ਆਪ ਨਿਰਾਰਾ। ਫਿਰ ਕਹਿੰਦੇ ਖੰਡ ਪਤਾਲ ਦੀਪ ਸਭ ਲੋਹਾ,
ਕਾਲੇ ਵਸ ਆਪ ਪ੍ਰਭ ਕੀਆ। ਪਰਮਾਤਮਾ ਨੇ ਕੀ ਕੀਤਾ? ਖੰਡ ਰਚੇ, ਪਤਾਲ ਰਚੇ, ਉਸ 'ਚ ਮੌਜ ਉੱਠੀ ਕਿ ਮੈਂ ਵੀ ਆਨੰਦ ਲੈਂਦਾ ਆਪਣੀ ਹੋਂਦ 'ਚ, ਆਨੰਦ 'ਚੋਂ। ਇਹ ਰਚਦੀ ਸਾਰੀ ਦੁਨੀਆ, ਬ੍ਰਹਮੰਡ ਰਚਦੇ, ਕੋਟ ਬ੍ਰਹਮੰਡ ਰਚਦੇ। ਫਿਰ ਕੀ ਹੋਇਆ? ਇਸ ਦੇ ਅੰਦਰ ਸਾਨੂੰ ਖੇਡਣ ਭੇਜਦਾ। ਗੁਰੂ ਸਾਹਿਬ ਨੇ ਕਿਹਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣਾ ਹੈ ਜਗਤ ਤਮਾਸ਼ਾ। ਇਹ ਤਮਾਸ਼ਾ ਦੇਖਣ ਵਾਸਤੇ ਸਾਰੇ ਜੀਵਾਂ ਨੂੰ ਭੇਜਦਾ। ਪਰ ਜੋ ਇਹ ਸ੍ਰਿਸ਼ਟੀ ਹੈ ਸਾਰੀ ਜਨਮ ਔਰ ਮਰਨ 'ਚ ਫਸ ਗਈ। ਜੋ ਇੱਥੇ ਆਏਗਾ ਉਹ ਵੀ ਜੰਮੇਗਾ ਔਰ ਮਰੇਗਾ। ਇਹਦਾ ਨਾਮ ਰੱਖਤਾ ਮ੍ਰਿਤੂ ਲੋਕ, ਮਾਤ ਲੋਕ। ਪਰ ਉਹ ਪਰਮਾਤਮਾ ਨਾ ਜੰਮਦਾ ਨਾ ਮਰਦਾ। ਉਹ ਕਹਿੰਦਾ ਨਿਸ਼ਚਲ ਏਕ ਆਪ ਅਬਿਨਾਸੀ, ਸੋ ਨਿਸ਼ਚਲ ਜੋ ਤਿਸੇ ਧਿਆਈਂਦਾ। ਪਰਮਾਤਮਾ ਨੇ ਨਿਯਮ ਬਣਾਤਾ ਕਿ ਉਹ ਤਾਂ ਨਿਸ਼ਚਲ ਹੈ, ਉਹ ਨਾ ਜੰਮੇਗਾ ਨਾ ਮਰੇਗਾ। ਪਰਮਾਤਮਾ ਜਿਹੜਾ ਸੱਚਾ ਪਰਮਾਤਮਾ, ਸੱਚਾ ਰਾਮ ਹੈ, ਉਹ ਨਾ ਜੰਮਦਾ ਨਾ ਮਰਦਾ। ਲੇਕਿਨ ਕਹਿੰਦੇ ਜਿਹੜੇ ਇੱਥੇ ਆਣਗੇ ਉਹ ਸਾਰੇ ਜੰਮਣਗੇ ਔਰ ਮਰਨਗੇ। ਪਰ ਫਿਰ ਪਰਮਾਤਮਾ ਨੇ ਦਇਆ ਕਰਕੇ ਇੱਕ ਨਿਯਮ ਬਣਾਇਆ, ਕਹਿੰਦੇ ਸੋ ਨਿਸ਼ਚਲ ਜੋ ਤਿਸੇ ਧਿਆਈਂਦਾ। ਜਿਹੜਾ ਉਹਦਾ ਧਿਆਨ ਕਰਨਗੇ, ਜਿਹੜੇ ਤੇ ਦੁਨੀਆ ਦਾ ਧਿਆਨ ਕਰਨਗੇ ਉਹ ਤਾਂ ਜੰਮਦੇ ਮਰਦੇ ਰਹਿਣਗੇ। ਜਿਹੜੇ ਆਪਣੇ ਧਿਆਨ ਨੂੰ ਕੱਢ ਕੇ ਉਹ ਅਕਾਲ ਪੁਰਖ ਦੇ ਨਾਲ ਲਾ ਲੈਣਗੇ, ਉਹ ਨਾ ਜੰਮਣਗੇ ਨਾ ਮਰਨਗੇ। ਸੋ ਨਿਸ਼ਚਲ ਜੋ ਤਿਸੇ ਧਿਆਈਂਦਾ। ਫਿਰ ਗੁਰੂ ਸਾਹਿਬ ਬੜਾ ਸਪਸ਼ਟ ਕਰਦੇ ਆ, ਹਰ ਕਾ ਸੇਵਕ ਸੋ ਹਰ ਜੇਹਾ। ਜਿਹੜਾ ਇਦਾਂ ਦਾ ਹਰੀ ਦਾ ਸੇਵਕ ਆਂਦਾ ਹੈ ਨਾ, ਜਿਹੜਾ ਉਹਦੇ ਨਾਲ ਹੀ ਧਿਆਨ ਲਾ ਕੇ ਰੱਖਦਾ, ਉਹ ਹਰੀ ਬਣ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਕਹਿੰਦਾ ਫਿਰ ਉਹਨੂੰ ਬੰਦਾ ਨਾ ਸਮਝ ਲਿਓ, ਫਿਰ ਉਹ ਇਨਸਾਨ ਨਹੀਂ ਹੈ, ਉਹ ਰੱਬ ਦਾ ਰੂਪ ਹੈ। ਭੇਦ ਨਾ ਜਾਣੋ ਮਾਨਸ ਦੇਹਾ। ਕਿਵੇਂ? ਜੋ ਜਲ ਤਰੰਗ ਉਠੇ ਬੋ ਭਾਤੀ, ਫਿਰ ਸਲਲ ਹੈ ਸਲਲ ਸਮਾਏਂਦਾ। ਕਹਿੰਦਾ ਜਿੱਦਾਂ ਸਮੁੰਦਰ 'ਚ ਲਹਿਰ ਉੱਠੀ, ਆਪਾਂ ਨਾਮ ਦੇਤਾ ਲਹਿਰ, ਪਰ ਉਹ ਫਿਰ ਜਾ ਕੇ ਸਮੁੰਦਰ ਸਮਾ ਗਈ। ਇਸੇ ਤਰ੍ਹਾਂ ਉਹ ਮਾਲਕ ਅਕਾਲ ਪੁਰਖ ਇਹ ਦੁਨੀਆ 'ਚ ਆਂਦਾ, ਇਨਸਾਨ ਬਣ ਕੇ ਆਂਦਾ, ਤੇ ਫਿਰ ਉਹ ਉਸੇ ਜਾ ਕੇ ਸਮਾ ਜਾਂਦਾ। ਉਸ ਨੂੰ ਅਸੀਂ ਦੇਹ ਨਹੀਂ ਕਹਿ ਸਕਦੇ, ਉਹ ਪਰਮਾਤਮਾ ਦਾ ਰੂਪ ਹੁੰਦੇ। ਜਿੱਦਾਂ ਚੌਥੇ ਪਾਤਸ਼ਾਹ ਕੀ ਕਹਿੰਦੇ ਆ, ਪੰਜਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਨੂੰ, ਹਰ ਜੀਓ ਨਾਮ ਪੜਿਓ ਰਾਮਦਾਸ। ਕਹਿੰਦੇ ਹਰ ਇਹ ਹਰੀ ਤੂੰ ਆਪਣਾ ਨਾਮ ਰਾਮਦਾਸ ਰੱਖ ਲੈ। ਉਸ ਨੂੰ ਦੇਹ ਨੂੰ ਦੇਖੋ, ਅਗਰ ਬੜਾ ਪਿਆਰਾ ਸ਼ਬਦ ਹੈ ਪੰਜਵੀਂ ਪਾਤਸ਼ਾਹੀ ਦਾ, ਬਹੁਤ ਹੀ ਪਿਆਰਾ। ਸ਼ਾਇਦ ਦੁਨੀਆ 'ਚ ਇਦਾਂ ਦੇ ਪਿਆਰ ਦਾ ਸ਼ਬਦ ਸ਼ਾਇਦ ਹੀ ਹੋਵੇ ਕਿਸੇ ਵੀ ਗ੍ਰੰਥ 'ਚ, ਇੰਨਾ ਪਿਆਰਾ ਸ਼ਬਦ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦੇਖੇ ਸੰਤ ਪਿਆਰੇ ਜੀ। ਗੁਰੂ ਸਾਹਿਬ ਉਸੇ ਕਹਿੰਦੇ ਤੇਰਾ ਮੁਖ ਸੁਹਾਵਾ ਜੋ ਸਹਿਜ ਧੁਨ ਬਾਣੀ। ਕਹਿੰਦੇ ਇਹ ਸਤਿਗੁਰ ਤੇਰਾ ਮੁਖ ਮੈਨੂੰ ਇਵੇਂ ਲੱਗਦਾ ਜਿਵੇਂ ਬਾਣੀ ਹੁੰਦੀ ਹੈ, ਜਿਵੇਂ ਉਹ ਅੰਮ੍ਰਿਤ ਬਾਣੀ ਹੁੰਦੀ ਹੈ। ਭਾਵ ਕੀ ਹੈ? ਜਦੋਂ ਅਕਾਲ ਪੁਰਖ ਦੁਨੀਆ 'ਚ ਆਉਂਦਾ ਨਾ, ਉਹ ਪਰਮਾਤਮਾ ਹੀ ਹੁੰਦਾ ਹੈ, ਉਹਨੂੰ ਅਸੀਂ ਪਛਾਣ ਨਹੀਂ ਸਕਦੇ। ਇਹ ਗੱਲ ਗੀਤਾ ਨੇ ਵੀ ਕਹੀ ਹੈ। ਗੀਤਾ ਕਹਿੰਦੀ ਅਵ ਜਨੰਤੀ ਮਮ ਮੂੜਾ ਮਾਨੁਸ਼ੀ ਤਨੁਮ ਆਸ਼ਰੀ ਤਮਮ। ਕਹਿੰਦੇ ਜਦੋਂ ਮੈਂ ਇੱਥੇ ਦੇਹ ਧਾਰ ਕੇ ਆਉਂਦਾ ਨਾ, ਮੂਰਖ ਲੋਕ ਮੈਨੂੰ ਪਛਾਣਦੇ ਨਹੀਂ। ਕਹਿੰਦੇ ਐਵੇਂ ਦੱਸੇ ਗੁਰੂ ਸਾਹਿਬਾਨ ਆਏ ਤੇ ਅਸੀਂ ਉਹਨਾਂ ਨੂੰ ਨਹੀਂ ਪਛਾਣਿਆ। ਜਦ ਜਦ ਉਹ ਪਰਮਾਤਮਾ ਨੂੰ ਭਗਤ ਪਿਆਰੇ ਬੁਲਾਉਂਦੇ, ਯਾਦ ਕਰਦੇ ਆ। ਆਪ ਜੀ ਨੇ ਇੱਕ ਇਤਿਹਾਸਿਕ ਗੱਲ ਬੜੇ ਧਿਆਨ ਨਾਲ, ਕਿਉਂਕਿ ਆਪ ਜੀ ਬੜੇ ਵਿਦਵਾਨ ਹੋ, ਮੈਂ ਆਪ ਜੀ ਨੂੰ ਬਹੁਤ ਸੁਣਦਾ। ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਬਹੁਤ ਭਗਤ ਆਏ ਜੀ। ਇਹ ਭਗਤਾਂ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਤਾਂ ਉਹ ਆਪ ਇਸ ਸੰਸਾਰ ਵਿੱਚ ਭਗਤੀ ਲਹਿਰ ਚੱਲੀ। ਉਹ ਭਗਤੀ ਲਹਿਰ ਕਿਉਂ ਚੱਲੀ? ਕਿਉਂਕਿ ਇਸ ਸੰਸਾਰ ਦੇ ਅੰਦਰ ਇਤਨਾ ਜ਼ਿਆਦਾ ਪਖੰਡ, ਇਤਨੀ ਜ਼ਿਆਦਾ ਕੁਰੀਤੀਆਂ ਆ ਚੁੱਕੀਆਂ ਸੀ, ਜਿੱਥੇ ਸਨਾਤਨ ਧਰਮ ਦੀ ਸੱਚੀ ਸਿੱਖਿਆਵਾਂ ਦੱਬ ਕੇ ਕਥਿਤ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਉਸ ਨੂੰ ਅੱਡ-ਅੱਡ ਪਖੰਡਾਂ 'ਚ ਪਾ ਦਿੱਤਾ। 14 ਭਗਤਾਂ ਦੇ ਫਿਰ ਗੁਰੂ ਸਾਹਿਬ ਨੇ ਬਾਣੀ ਦਰਜ ਉਹ ਕੀਤੀ। ਭਗਤਾਂ ਨੇ ਜਦੋਂ ਯਾਦ ਕੀਤਾ ਨਾ, ਪ੍ਰੇਮ ਨਾਲ ਯਾਦ ਕੀਤਾ, ਵਿਰੇ ਨਾਲ ਯਾਦ ਕੀਤਾ, ਤੇ ਗੁਰੂ ਸਾਹਿਬ ਪ੍ਰਗਟ ਹੋ ਗਏ। ਤੇ ਉਹ ਜਿਹੜੀ ਭਾਵ ਹੈ, ਉਹ ਭਾਵ ਹੈ ਕਿ ਜਦ ਉਹ ਰਾਮ ਉਹੀ ਰਾਮ ਬਣ ਜਾਂਦਾ ਜਦੋਂ ਉਹਦੇ ਨਾਲ ਜੁੜਦਾ ਹੈ। ਜੇ ਆਪਾਂ ਰਾਮ ਨੂੰ ਅੱਡ ਰੂਪ 'ਚ ਦੇਖੀਏ ਕਿ ਰਾਮ ਦਸ਼ਰਥ ਦਾ ਪੁੱਤਰ ਹੋਇਆ ਜੀ, ਰਾਮ ਨੇ ਇਹ ਕੀਤਾ, ਲੇਕਿਨ ਰਾਮ ਜਦੋਂ ਆਏ ਨਾ, ਉਹਨਾਂ ਨੇ ਮਰਿਆਦਾ ਸਥਾਪਿਤ ਕਰਨ ਵਾਸਤੇ ਇਹ ਸਾਰੇ ਦੇ ਸਾਰੇ ਆਪਣੇ ਲੀਲਾਵਾਂ ਦਿਖਾਈਆਂ। ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੂੰਗਾ, ਔਰ ਸੰਗਤ ਬਹੁਤ ਸੁਣਦੀ ਹੈ ਆਪ ਜੀ ਨੂੰ, ਇਸ ਲਈ ਦੱਸਣਾ ਚਾਹੂੰਗਾ। ਜਿਹੜੀ ਰਮਾਇਣ ਹੈ ਨਾ, ਜਦ ਸ਼ੁਰੂ ਹੁੰਦੀ ਹੈ, ਪਾਰਵਤੀ ਸ਼ਿਵ ਭਗਵਾਨ ਨੂੰ ਕਹਿੰਦੀ ਹੈ, ਕਹਿੰਦੀ ਜੀ ਮੈਂ ਨਹੀਂ ਮੰਨਦੀ ਰਾਮ ਨੂੰ, ਤੁਸੀਂ ਕਿਉਂ ਰਾਮ ਨੂੰ ਮੰਨੀ ਜਾ ਰਹੇ ਹੋ? ਤੁਸੀਂ ਰਾਮ 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 ਲਾ ਰੱਖੀ। ਸ਼ਿਵ ਕਹਿੰਦਾ ਕਿ ਜਦ ਉਹ ਅਕਾਲ ਪੁਰਖ ਦੁਨੀਆ 'ਚ ਜਾਂਦਾ ਹੈ ਨਾ, ਅਵਤਾਰ ਲੈ ਕੇ, ਉਹ ਸਭ ਤੋਂ ਵੱਡਾ ਹੁੰਦਾ ਹੈ, ਚਾਹੇ ਉਹ ਦੇਹ 'ਚ ਕਿਉਂ ਨਹੀਂ, ਉਹਦੀ ਪੂਜਾ ਕਰਨੀ ਪੈਂਦੀ ਹੈ। ਉਹ ਕਹਿੰਦੀ ਜੀ ਕਮਾਲ ਹੋ ਗਈ, ਮੈਂ ਉਹਨਾਂ ਦਰਸ਼ਨ ਕੀਤੇ, ਉਹ ਰੋਣ ਲੱਗੇ ਹੋਏ ਸੀ ਆਪਣੇ ਪਤੀ ਦੇ ਵਿਯੋਗ 'ਚ।
ਮੈਂ ਉਹਨੂੰ ਰੱਬ ਕਿਵੇਂ ਮੰਨ ਲਾਂ ਜਿਹੜਾ ਇੱਕ ਪਤਨੀ ਦੇ ਵਿਯੋਗ ਚ ਰੋ ਰਿਹਾ। ਤੇ ਸ਼ਿਵ ਕਹਿੰਦੇ ਉਸ ਨਿਰੰਕਾਰ ਨੂੰ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਰੱਬ ਮੰਨਣਾ ਬਹੁਤ ਆਸਾਨ ਹੈ। ਕੋਈ ਵੀ ਕਹਿ ਦੇਗਾ ਜੀ ਮੈਂ ਉਹ ਨਿਰੰਕਾਰ ਨੂੰ ਮੰਨਦਾ, ਕਹਿੰਦੇ ਜਦੋਂ ਖੇਡ ਕਰ ਰਿਹਾ ਨਾ ਉਸ ਨੂੰ ਰੱਬ ਮੰਨਣਾ ਬਹੁਤ ਮੁਸ਼ਕਿਲ ਹੈ। ਔਰ ਜਿਹੜਾ ਉਸ ਨੂੰ ਰੱਬ ਮੰਨ ਲਏਗਾ ਉਹਦੇ ਬੇੜੇ ਪਾਰ ਹੁੰਦੇ ਆ। ਜਦ ਗੁਰੂ ਆ ਕੇ ਸਾਨੂੰ ਸਿੱਖਿਆ ਦਿੰਦੇ ਆ ਨਾ, ਦੱਸੇ ਗੁਰੂ ਸਾਹਿਬਾਨ ਹੈ, ਜਿਨ੍ਹਾਂ ਨੇ ਉਹਨਾਂ ਨੂੰ ਮੰਨ ਲਿਆ ਨਾ, ਅੱਜ ਦੇਖੋ ਉਹਨਾਂ ਦੇ ਹਾਲਾਤ ਕੀ ਹੈ। ਤੁਸੀਂ ਉਹਨਾਂ ਦੇ ਟਾਈਮ ਦੇ ਯੋਧੇ ਦੇਖੋ, ਆਰਾ ਚੱਲ ਰਿਹਾ ਗਰਦਨ ਤੇ ਪਰ ਉਹਨੂੰ ਪਰਵਾਹ ਨਹੀਂ। ਕਿਉਂਕਿ ਉਹਨਾਂ ਦੀ ਜਿਹੜੀ ਸੁਰਤ ਹੈ ਨਾ, ਬਾਣੀ ਕਹਿੰਦੀ ਹੈ ਇਹ ਮਨੁਆ ਸੁਨ ਸਮਾਧ ਲਗਾਏ ਜੋਤੀ ਜੋਤ ਮਿਲਾਈ। ਜਦੋਂ ਸੁਨ ਸਮਾਧ ਲੱਗਦੀ ਹੈ ਨਾ ਤੇ ਸਾਰੀ ਸਾਡੀ ਕੌਨਸ਼ੀਅਸਨੈਸ ਇੱਥੇ ਇਕੱਠੀ ਹੁੰਦੀ ਹੈ। ਤਾਂ ਭਾਈ ਮਨੀ ਸਿੰਘ ਦੇ ਬੰਦ ਕੱਟੇ ਗਏ ਜਾਂ ਖੋਪਰੀਆਂ ਲੁਹਾਈਆਂ ਗਈਆਂ ਜਾਂ ਉਹਨਾਂ ਦੇ ਪਰਿਵਾਰ ਦੇ ਤਕਰੀਬਨ 55 ਜੀ ਜਿਹੜੇ ਏਦਾਂ ਸ਼ਹੀਦ ਕੀਤੇ ਗਏ, ਕੋਈ ਆਰਿਆਂ ਨਾਲ ਚੀਰਿਆ ਗਿਆ, ਉਹ ਸੁਰਤ ਦੇ ਵਿੱਚ ਸੀਗੇ, ਉਹ ਧਿਆਨ ਦੇ ਵਿੱਚ ਸੀਗੇ। ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਦੇ ਸੀ, ਅੰਦਰੋਂ ਸ਼ਬਦ ਨਾਲ ਜੁੜਦੇ ਸੀ। ਜਦੋਂ ਆਪਣੇ ਆਪ ਨੂੰ ਸਾਰੀ ਕੰਸੈਂਟਰੇਸ਼ਨ ਕੱਢ ਕੇ ਸ਼ਬਦ ਨਾਲ ਜੋੜ ਲਈ, ਸਰੀਰ 'ਚ ਹੈ ਹੀ ਨਹੀਂ, ਜੋ ਮਰਜ਼ੀ ਸਰੀਰ ਨੂੰ ਕਰੀ ਜਾਓ। ਇਹ ਉਹ ਯੋਧੇ ਸੀ। ਤਾਂ ਬਾਣੀ 'ਚ ਲਿਖਿਆ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਸੂਰਮਾ ਕੌਣ ਹੈ? ਜਿਹਨੂੰ ਹਰੀ ਦਾ ਰੰਗ ਲੱਗਿਆ। ਉਹ ਚਾਹੁੰਦਾ ਜਦ ਚਾਹੁੰਦਾ ਉਹ ਆਪਣੇ ਧਿਆਨ ਨੂੰ ਖਿੱਚ ਲੈਂਦਾ। ਇੱਕ ਸ਼ਬਦ ਮੈਂ ਆਪ ਨੂੰ ਸਾਂਝਾ ਕਰਨਾ ਚਾਹੂੰਗਾ, ਸੱਚਾ ਧਿਆਨ ਇਸੇ ਨੂੰ ਕਿਹਾ। ਬਾਣੀ ਕਹਿੰਦੀ ਅੱਖੀ ਬਾਜੂ ਵੇਖਣਾ, ਬਿਨ ਕੰਨੀ ਸੁਣਨਾ, ਪੈਰਾਂ ਬਾਜੋਂ ਚੱਲਣਾ, ਬਿਨ ਹੱਥੀ ਕਰਨਾ, ਜੀਭੇ ਬਾਜੂ ਬੋਲਣਾ, ਇਉ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਕਿਉਂ ਖਸਮੇ ਮਿਲਣਾ। ਜਦੋਂ ਇਹ ਹੁਕਮ ਪਛਾਣੋਗੇ ਕਿ ਸਾਰਾ ਸਰੀਰ ਸਾਡਾ ਸੁੰਨ ਹੈ, ਅਸੀਂ ਤੇ ਪਰਮਾਤਮਾ ਸੁੰਨ ਕਿਵੇਂ। ਜਿਹਦਾ ਇੱਕ ਉਦਾਹਰਨ ਦਿੰਦਾ ਆਪ ਜੀ ਨੂੰ, ਮੰਨ ਲਓ ਆਪ ਜੀ ਦਾ ਕਿਸੇ ਨਾਲ ਬਹੁਤ ਜ਼ਿਆਦਾ ਪਿਆਰ ਹੈ, ਆਪ ਦੀ ਮਾਤਾ ਨਾਲ ਹੀ ਆਪ ਦਾ ਬਹੁਤ ਪਿਆਰ ਹੈ, ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਹੋ, ਮਾਤਾ ਦੀ ਯਾਦ ਆ ਗਈ, ਤੁਹਾਡਾ ਸਾਰਾ ਧਿਆਨ ਉਧਰ ਚਲਾ ਗਿਆ। ਬਿਲਕੁਲ, ਇਹ ਹੈ ਸੁੰਨ ਅਵਸਥਾ। ਧਿਆਨ ਉੱਪਰ ਚਲਾ ਗਿਆ, ਧਿਆਨ ਹੈ ਹੀ ਨਹੀਂ ਦੁਨੀਆ 'ਚ, ਜੋ ਮਰਜ਼ੀ ਕਰੀ ਜਾਓ। ਧਿਆਨ ਦਾ ਸਭ ਤੋਂ ਵੱਡੀ ਮਹਿਮਾ ਹੈ ਜਿੰਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ। ਤੇ ਉਹ ਨਾਮ ਦੀ ਧਿਆਨ ਕਰਨਾ ਹੈ, ਆਰਾਧਨਾ ਕਰਨੀ ਹੈ। ਅਸੀਂ ਨਾਮ ਦੀ ਆਰਾਧਨਾ ਕਿਉਂ ਨਹੀਂ ਕਰ ਪਾਉਂਦੇ? ਕਿਉਂਕਿ ਸਾਡਾ ਗੁਰੂ ਨਾਲ ਪ੍ਰੇਮ ਨਹੀਂ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਹਾਂ ਭਇਓ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ। ਕਹਿੰਦਾ ਬਗਲੇ ਦੀ ਤਰ੍ਹਾਂ ਚਿੱਟੇ ਕੱਪੜੇ ਪਾ ਲਏ, ਬੜੇ ਤੀਰਥ ਸਥਾਨਾਂ ਤੇ ਬਹਿ ਗਏ ਤੇ ਧਿਆਨ ਲਾ ਲਿਆ। ਕਹਿੰਦੇ ਐਵੇਂ ਨਹੀਂ ਧਿਆਨ ਲੱਗਦਾ। ਇਹ ਲਿਬਾਸ ਦਾ ਵੀ ਕੋਈ ਫਰਕ ਹੁੰਦਾ? ਜਿਵੇਂ ਤੁਸੀਂ ਚਿੱਟਾ ਪਾਇਆ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ, ਭਗਵਾ ਪਾ ਲਓ, ਇਹ ਨਿਸ਼ਾਨੀ, ਬਸੰਤੀ ਪਾ ਲਓ, ਕੋਈ ਫਰਕ ਨਹੀਂ। ਇਹ ਨਿਸ਼ਾਨੀਆਂ ਹੁੰਦੀਆਂ। ਜਿੱਦਾਂ ਬੱਚਾ ਸਕੂਲ ਜਾਂਦਾ ਉਸ ਦਾ ਪ੍ਰਤੀਕ ਹੈ ਉਹ। ਫੌਜ 'ਚ ਗਿਆ, ਆਰਮੀ ਦੀ ਵਰਦੀ ਪਾ ਲਈ, ਪਰ ਜੇ ਉਹ ਕੰਮ ਹੀ ਉਹ ਨਾ ਕੀਤੇ ਤਾਂ ਕੀ ਫਾਇਦਾ ਹੋਇਆ? ਟਿੱਕਾ ਕਿਉਂ ਲਾਇਆ ਜਾਂਦਾ? ਟਿੱਕਾ ਇਸ ਲਈ ਲਾਇਆ ਜਾਂਦਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖਿਆ ਹੈ, ਜੀਵ ਕਹਿੰਦਾ ਕੰਠੇ ਮਾਲਾ ਜੀਵਾ ਰਾਮ ਸਹਿਸ ਨਾਮ ਲੈ ਲੈ ਕਰੂੰ ਸਲਾਮ। ਕਹਿੰਦੇ ਜਿਨ੍ਹਾਂ ਦੇ ਅੰਦਰ ਰਾਮ ਦਾ ਨਾਮ ਹੈ ਸੱਚਾ, ਚਾਹੇ ਉਹ ਕੰਠ 'ਚ ਮਾਲਾ ਪਾ ਰੱਖੀ ਹੈ, ਚਾਹੇ ਉਹਨਾਂ ਟਿੱਕਾ ਲਾ ਰੱਖਿਆ, ਮੈਂ ਉਹਨਾਂ ਨੂੰ ਸਲਾਮ ਕਰਦਾ ਤਿਲਕ ਨੂੰ। ਪਰ ਅਗਰ ਕਿਸੇ ਦੇ ਅੰਦਰ ਪ੍ਰਮਾਤਮਾ ਨਹੀਂ ਹੈ, ਉਹਦੀ ਯਾਦ ਨਹੀਂ ਹੈ, ਪਖੰਡ ਵਾਸਤੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ, ਬਾਣੀ ਕਹਿੰਦੀ ਹੈ ਇਦਾਂ ਦੇ ਲੋਕਾਂ ਦਾ ਇਹ ਵੀ ਲਿਖਿਆ ਨਾ, ਮੱਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਣਾ ਜਾਣਾ। ਇਹਦਾ ਅਰਥ ਇਹ ਹੈ ਜੀ ਜਿਹੜੇ ਲੋਕਾਂ ਨੇ ਖਿਲੋਣਾ ਜਾਣ ਰੱਖਿਆ, ਪਰ ਜਿਨ੍ਹਾਂ ਨੂੰ ਪਤਾ ਹੈ ਕਿ ਪਰਮਾਤਮਾ ਦੀ ਬੜੀ ਮਹਿਮਾ ਹੈ, ਬੜੀ ਉਤਸਤ, ਪਰਮਾਤਮਾ ਸਭ ਕੁਝ ਜਾਣਦਾ ਹੈ, ਉਹ ਇਹਨਾਂ ਦੀ ਕਦਰ ਕਰਦੇ ਆ। ਇਹ ਗਲੇ 'ਚ ਜੋ ਪਾਇਆ ਇਹਦੀ ਕੀ ਸਿਗਨੀਫੀਕੈਂਸ ਹੈ? ਤੁਸੀਂ ਜਿਹੜਾ ਇਹ ਮਾਲਾ ਪਾਈ ਹੈ, ਮਾਲਾ ਦਾ ਮਤਲਬ ਵੈਸੇ ਤੇ ਜਿਹੜਾ ਅਸਲ ਮਕਸਦ ਹੈ, ਤੁਸੀਂ ਦੇਖੋ ਕਿ ਮਾਲਾ ਉਹ ਪਾਉਂਦਾ ਹੈ ਜਿਹੜਾ ਦੁਨੀਆ 'ਚ ਆਪਣੇ ਧਿਆਨ ਨੂੰ ਕੱਢ ਕੇ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੀ ਕੋਸ਼ਿਸ਼ ਕਰਦਾ ਹੈ, ਮਿਲਣ ਦੀ ਕੋਸ਼ਿਸ਼, ਹਰ ਵਕਤ ਉਹਦੇ ਨਾਲ ਜੁੜਿਆ ਹੋਇਆ ਹੈ। ਸ਼ੁਰੂ 'ਚ ਮਾਲਾ ਇਸ ਲਈ ਮਾਲਾ ਫੇਰੀ ਜਾਂਦੀ ਹੈ ਤਾਂ ਕਿ ਸਾਡਾ ਧਿਆਨ ਬਾਰ-ਬਾਰ ਭਟਕਦਾ ਹੈ, ਫਿਰ ਅਸੀਂ ਉੱਥੇ ਧਿਆਨ ਲੈਂਦੇ ਹਾਂ, ਭਟਕਦਾ ਫਿਰ ਧਿਆਨ ਲੈਂਦੇ। ਇਹ ਪ੍ਰੈਕਟਿਸ ਹੈ, ਪਰ ਇਹ ਅੰਤ ਨਹੀਂ ਹੈ। ਇਹ ਬਿਲਕੁਲ ਸ਼ੁਰੂਆਤੀ ਦੌਰ ਦਾ ਕੰਮ ਹੈ। ਜਦ ਅਸੀਂ ਕਬੀਰ ਸਾਹਿਬ ਨੇ ਕਿਹਾ, ਕਹਿੰਦਾ ਕਰਕਾ ਮਨ ਕਾ ਛੋੜ ਦੇ, ਮਨ ਕਰਕਾ ਮਨ ਕਾ ਡਰ। ਕਹਿੰਦੇ ਕਿ ਤੁਸੀਂ ਮਨ ਦਾ ਮਨ ਕਾ ਡਾਰੋ, ਮਨ ਨੂੰ ਬਦਲੋ। ਇਹਦੇ ਬਦਲਣਾ ਕੁਝ ਨਹੀਂ ਹੋਣ ਲੱਗਿਆ। ਇਹ ਮੈਂ ਫਿਰ ਇੱਕ ਗੱਲ ਕਹਿਣਾ ਚਾਹੁੰਦਾ, ਸਿੰਬੋਲਿਕ ਹੈ। ਸਿੰਬੋਲਿਕ ਦਾ ਮਤਲਬ ਜਿੱਦਾਂ ਆਪਾਂ ਨੂੰ ਪਤਾ ਲੱਗਿਆ, ਹੁਣ ਕਿਤੇ ਲਿਖਿਆ, ਆਪਾਂ ਸ਼ੌਪ ਤੇ ਗਏ, ਸ਼ੌਪ ਤੇ ਲਿਖਿਆ ਕਿ ਇਹ ਜੀ ਕਾਰਪੈਂਟਰ ਹੈ, ਇਹ ਜੀ ਇਹ ਹੈ, ਤਾਂ ਕਿ ਥੋੜਾ ਪਤਾ ਲੱਗੇ ਕਿ ਇਹ ਬੰਦਾ ਪਰਮਾਤਮਾ ਦੀ ਭਗਤੀ ਵੱਲ ਵਧ ਰਿਹਾ, ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਹੈ। ਪਰ ਜਿਹੜੇ ਰੱਬ ਦੇ ਸੱਚੇ ਪਿਆਰੇ ਆ, ਉਹ ਕਈ ਵਾਰ ਇਹ ਵੀ ਨਹੀਂ ਦਿਖਾਉਂਦੇ, ਉਹਨੂੰ ਦਿਖਾਉਣ ਦੀ ਜ਼ਰੂਰਤ ਹੀ ਨਹੀਂ। ਕਿਉਂਕਿ ਆਖਰੀ ਸਵਾਲ ਹੈ ਮੇਰਾ, ਮੈਂ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਆਉਣਾ।
ਤੁਹਾਡੇ ਕੇਸ ਕਾਲੇ ਹੈ, ਸਵਾਮੀ ਰਾਮਦੇਵ ਦੇ ਵੀ ਕਾਲੇ ਹੈ, ਬਹੁਤ ਸਾਰੇ ਹੋਰ ਮੈਂ ਸਨਾਤਨ ਮਤ ਦੇ ਜਿਹੜੇ ਪਹੁੰਚੀਆਂ ਸ਼ਖਸੀਅਤਾਂ ਨੇ ਮੈਂ ਦੇਖਦਾ 70 ਸਾਲ ਤੱਕ ਦੀ। ਸਵਾਮੀ ਕਰਮਵੀਰ ਜੀ ਨੂੰ ਮੈਂ ਮਿਲਿਆ ਸੀ, ਜੀ ਉਹਨਾਂ ਦੇ ਕੇਸ ਅਜੇ ਤਾਈਂ ਕਾਲੇ ਹੈ, ਉਹ 80 ਸਾਲ ਦੇ ਨੇੜੇ ਹੋਣ ਵਾਲੇ ਹੋ ਗਏ। ਇਹਦਾ ਰਾਜ ਕੀ ਹੈ? ਇਹਦਾ ਰਾਜ ਹੈ ਜੀ ਕਿ ਅਸੀਂ ਜਿੰਨਾ ਜ਼ਿਆਦਾ ਨੇਚਰ ਦੇ ਕਲੋਜ਼ ਰਵਾਂਗੇ, ਜਿੰਨਾ ਜ਼ਿਆਦਾ ਅਸੀਂ ਕੁਦਰਤੀ ਚੀਜ਼ਾਂ ਖਾਵਾਂਗੇ, ਉਤਨੇ ਹੀ ਅਸੀਂ ਸੁਖੀ ਰਵਾਂਗੇ ਔਰ ਸਾਡਾ ਸਰੀਰ ਨਿਰੋਗ ਰਹੇਗਾ। ਔਰ ਸਾਡੇ ਗਿਆਨ ਇਹ ਹੋਣਾ ਚਾਹੀਦਾ ਕਿ ਕਿਹੜਾ ਹਾਰਮੋਨ, ਕਿਹੜੀ ਜੜੀ ਬੂਟੀ ਸਾਡੇ ਪਿੱਤ ਨੂੰ ਪ੍ਰਭਾਵਿਤ ਕਰਦੀ ਹੈ। ਅਗਰ ਅਸੀਂ ਪਿੱਤ ਰੋਗਾਂ ਦੀ ਜਾਣਕਾਰੀ ਲੈ ਲਈਏ ਔਰ ਜੜੀ ਬੂਟੀਆਂ ਬਾਰੇ ਜਾਣ ਲਈਏ, ਜਿਹਦਾ ਮੈਂ ਇੱਕ ਉਦਾਹਰਣ ਦੇਣਾ ਚਾਹੂੰਗਾ ਆਪ ਜੀ ਨੂੰ। ਪਿੱਤ ਰੋਗਾਂ ਦੀ ਸਭ ਤੋਂ ਵਧੀਆ ਬੂਟੀ ਪਤਾ ਕੀ ਹੈ? ਉਹਨੂੰ ਕਿਹਾ ਜਾਂਦਾ ਹੈ ਭੂਮੀ ਆਂਵਲਾ। ਭੂਮੀ ਆਂਵਲਾ, ਪੁਨਰਨਵਾ, ਬਲਾ, ਜੰਤੀ, ਇਹ ਪਿੱਤ ਰੋਗਾਂ ਦੇ ਰਾਮਬਾਣ ਔਸ਼ਧੀਆਂ। ਇਹਦਾ ਇੱਕ ਉਦਾਹਰਣ ਦੇਣਾ ਚਾਹੂੰਗਾ। ਕੀਰਤਪੁਰ ਦੀ ਆਪਾਂ ਗੱਲ ਕੀਤੀ ਸੀ। ਔਰੰਗਜ਼ੇਬ ਨੇ ਆਪਣੇ ਭਰਾ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾਤਾ ਸੀ ਪੀਸ ਕੇ। ਵੈਦਿਆਂ ਨੇ ਜਦ ਦੇਖਿਆ ਉਹ ਕਮਜ਼ੋਰ ਹੁੰਦੇ ਜਾ ਰਹੇ ਸੀ, ਨਾੜੀ ਦੇਖੀ, ਨਾੜੀ ਦੇਖ ਕੇ ਕਿਹਾ ਕਿ ਇਸ ਦੇ ਸਰੀਰ 'ਚ ਜਿਹੜੀ ਧਮਨੀ ਹੈ, ਯਾਨੀ ਕਿ ਆਰਟਰੀਜ਼ ਔਰ ਵੇਨਸ ਹੈ, ਉਹਦੇ ਅੰਦਰ ਬਲੱਡ 'ਚ ਸਰਕੂਲੇਟ ਹੋ ਰਹੇ ਹੈ ਵਾਲ, ਇਹ ਪਚਦੇ ਨਹੀਂ ਹੈ, ਇਹ ਡਾਈਜੈਸਟ ਨਹੀਂ ਹੋ ਸਕਦੇ, ਔਰ ਇਹ ਜਦ ਵੀ ਦਿਲ 'ਚ ਪਹੁੰਚਣਗੇ ਇਹਦੀ ਡੈਥ ਹੋ ਜਾਏਗੀ। ਤੋ ਉਸਨੇ ਬੜੇ ਵੈਦਿਆਂ ਨੂੰ ਕਿਹਾ ਕੀ ਇਲਾਜ ਹੈ। ਇੱਕ ਵੈਦਿਆ ਬੜਾ ਪਹੁੰਚਿਆ ਸੀ, ਉਹਨੇ ਕਿਹਾ ਕਿ ਅਗਰ ਤੈਨੂੰ ਜੰਗਲੀ ਹਰੜ, ਬਲਾ, ਜਵੰਤੀ ਔਰ ਇਹ ਚੀਜ਼ਾਂ ਮਿਲ ਜਾਣ, ਭੂਮੀ ਆਂਵਲਾ ਮਿਲ ਜੇ, ਇਹਨੂੰ ਇੱਕ ਬੂਟੀ ਬਚ ਪੱਤਰਾ, ਜਿਹਨੂੰ ਬਚ ਬਰਿਆ ਵੀ ਕਹਿੰਦੇ ਆ, ਇਹ ਮਿਲ ਜੇ ਤੇ ਪੱਕਾ ਠੀਕ ਹੋ ਜਾਓਗੇ। ਕਿਹਾ ਜਾਂਦਾ ਕਿ ਉਹ ਆਗਰੇ ਬੜੇ ਵੈਦ ਸੀ ਫੇਮਸ, ਉੱਥੇ ਗਏ, ਨਹੀਂ ਮਿਲੀ, ਤਾਜ਼ੀ ਨਹੀਂ ਮਿਲੀ ਕਿਤੇ ਵੀ। ਫਿਰ ਗੁਰੂ ਸਾਹਿਬ ਦੇ ਪੇਸ਼ ਹੋਏ। ਗੁਰੂ ਸਾਹਿਬ ਦਇਆ ਕਰੋ ਮੇਰੇ ਅੰਦਰ ਇਸ ਤਰ੍ਹਾਂ ਹੋ ਗਿਆ। ਗੁਰੂ ਸਾਹਿਬ ਨੇ ਸੰਗਤਾਂ ਨੂੰ ਦਿਖਾਉਣ ਵਾਸਤੇ ਜਿਹੜੀ ਜੜੀ ਬੂਟੀਆਂ ਰੱਖੀਆਂ ਸੀ, ਦਇਆ ਕਰਕੇ ਉਹ ਦੇਤੀਆਂ। ਕਹਿੰਦੇ ਪੀਸ ਕੇ ਖਾਓ, ਔਰ ਉਸਦੇ ਅੰਦਰ ਹੀ ਵਾਲ ਪਚ ਗਿਆ। ਇਹ ਹੈ ਜੜੀ ਬੂਟੀਆਂ ਦੀ ਮਹਾਨਤਾ। ਜੜੀ ਬੂਟੀਆਂ ਇਦਾਂ ਦੀਆਂ ਅੱਜ ਦੇ ਟਾਈਮ 'ਚ, ਮੈਂ ਦੇਖੋ ਵੀਡੀਓ ਬਣ ਰਹੀ ਹੈ, ਦਾਅਵੇ ਨਾਲ ਕਹਿ ਸਕਦਾ ਹੁਣ ਲੀਵਰ ਦੀ ਕਿੰਨੀ ਸਮੱਸਿਆ ਚੱਲ ਰਹੀ ਹੈ। ਭੂਮੀ ਆਂਵਲਾ ਨੂੰ ਇਸ ਤਰ੍ਹਾਂ ਸੁੰਘਦਾ ਰਹੇ ਨਾ ਬੰਦਾ ਰੋਜ਼, ਉਹਦਾ ਲੀਵਰ ਨਵਾਂ ਹੋ ਜਾਏਗਾ, ਪਰ ਸਾਨੂੰ ਪਤਾ ਨਹੀਂ। ਇਹਦਾ ਇੱਕ ਉਦਾਹਰਣ ਦਿੰਦਾ। ਤੁਸੀਂ ਕਹੋਗੇ ਜੀ ਗ੍ਰੰਥਾਂ 'ਚ ਕਿੱਥੇ ਲਿਖਿਆ? ਸਾਰੇ ਗ੍ਰੰਥਾਂ 'ਚ ਲਿਖਿਆ। ਜਿੱਦਾਂ ਤੁਸੀਂ ਦੇਖੋ, ਮਾਤਾ ਸੀਤਾ ਹੈ, ਜਦ ਰਾਵਣ ਦੇ ਉਸ 'ਚ ਗਏ ਤੇ ਰਾਵਣ ਪੁੱਛਦਾ ਕਿੱਥੇ ਰਹਿਣਾ, ਮਹਿਲ ਬਣਾ ਕੇ ਦਿੰਦਾ। ਉਹ ਕਹਿੰਦੀ ਜੀ ਮੈਂ ਕੋਈ ਮਹਿਲ 'ਚ ਨਹੀਂ ਰਹਿਣਾ। ਕਹਿੰਦੇ ਫਿਰ ਕਿੱਥੇ ਰਹਿਣਾ? ਕਹਿੰਦੇ ਜਿਹੜੀ ਅਸ਼ੋਕ ਦੇ ਪੇੜ ਹੋਣ ਉੱਥੇ ਰਹੂੰਗੇ। ਕਿੱਥੇ ਰਹੀ? ਅਸ਼ੋਕ ਵਾਟਿਕਾ। ਹੁਣ ਅਸ਼ੋਕ ਦਾ ਮਤਲਬ ਕੀ ਹੈ? ਐ ਸ਼ੋਕ, ਜਿੱਥੇ ਕੋਈ ਚਿੰਤਾ ਨਹੀਂ ਹੁੰਦੀ। ਜਿਹੜੇ ਵਾਯੂ ਵਾਲੇ ਸੋਹਣੇ ਬੰਦੇ ਹੁੰਦੇ ਨਾ, ਉਹਨਾਂ ਨੂੰ ਅਸ਼ੋਕ, ਅਗਰ, ਚੰਦਨ, ਅਸ਼ਵਗੰਧਾ, ਸਤਾਵਰ, ਬ੍ਰਹਮੀ, ਇਹਨਾਂ ਬੂਟੀਆਂ ਕੋਲ ਰਹਿਣਾ ਚਾਹੀਦਾ, ਕੋਈ ਚਿੰਤਾ ਨਹੀਂ ਆਏਗੀ। ਔਰ ਇਹਦਾ ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਹੈ, ਅਗਰ ਚੰਦਨ ਲੇਪ ਕਰ ਮਨ ਆਵੇ ਚਾਓ। ਤੇ ਕਹਿੰਦਾ ਮਨ ਬੜਾ ਖੁਸ਼ ਰਹਿੰਦਾ। ਹੁਣ ਜਿਹੜਾ ਆਪਾਂ ਅਗਰ ਲਾਉਂਦੇ ਹਾਂ, ਚੰਦਨ ਲਾਉਂਦੇ ਹਾਂ, ਇਹ ਮਨ ਨੂੰ ਸ਼ਾਂਤ ਰੱਖਣ ਵਾਸਤੇ ਹੈ। ਇਹਨਾਂ ਦਾ ਸਾਇੰਟੀਫਿਕ ਮਹੱਤਵ ਹੈ। ਲੇਕਿਨ ਕਈ ਵਾਰ ਅਸੀਂ ਅਧਿਆਤਮ ਨਾਲ ਜੋੜਦੇ ਹਾਂ। ਅਧਿਆਤਮ ਸਿਰਫ ਨਾਮ ਤੋਂ ਬਿਨਾਂ ਕੁਛ ਨਹੀਂ ਹੈ। ਰੱਬ ਦੇ ਨਾਮ ਤੋਂ ਬਿਨਾਂ ਕੋਈ ਅਧਿਆਤਮ ਨਹੀਂ ਹੈ। ਹੋਰ ਨਾਨਕ ਕਹਿ ਘਰ ਕੇਵਲ ਨਾਮ, ਨਾਮ ਦੀ ਮਹਿਮਾ ਹੈ। ਲੇਕਿਨ ਸੰਸਾਰ 'ਚ ਵੀ ਤਾਂ ਨਾਮ ਸਾਨੂੰ ਸੁੱਖ ਦਿੰਦਾ ਹੈ, ਸੰਸਾਰ ਦਾ ਵੀ ਤਾਂ ਗਿਆਨ ਦਿੰਦਾ ਹੈ। ਸੰਸਾਰ 'ਚ ਇਹ ਗਿਆਨ ਦਿੱਤਾ ਹੈ ਕਿ ਆਪ ਜੜੀ ਬੂਟੀਆਂ ਦੇ ਨਾਲ ਅਗਰ ਜੁੜ ਕੇ ਰਹੋਗੇ, ਕੋਈ ਬਿਮਾਰੀ ਨਹੀਂ ਆਏਗੀ। ਜੜੀ ਬੂਟੀਆਂ ਰੱਬ ਰੂਪ ਨੇ, ਇਹਨਾਂ 'ਚ ਪਰਮਾਤਮਾ ਵਸਦਾ। ਇਹਨਾਂ ਦੀ ਜਾਣਕਾਰੀ ਲਓ, ਪਰ ਅਸੀਂ ਇਹਨਾਂ ਦੀ ਜਾਣਕਾਰੀ ਨਹੀਂ ਲੈਂਦੇ। ਅਸੀਂ ਇਹਨਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦੇ ਹਾਂ। ਰਾਜੇਸ਼ਵਰਨ ਦੀ ਯੋਗ ਪੀਠ ਬਣਾਈ ਹੈ। ਹਰ ਬੰਦੇ ਨੂੰ ਅਸੀਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੂੰਗਾ। ਮੈਂ 1 ਕਰੋੜ ਪੇੜ ਪੌਦੇ ਭਗਵਾਨ ਕ੍ਰਿਸ਼ਨ ਔਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਯਾਦ 'ਚ ਲਾਉਣ ਦਾ ਇੱਕ ਟੀਚਾ ਲਿਆ। ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ 'ਚ ਕਿ ਉਸ ਦਾ 80% ਜਿਹੜੇ ਪੇੜ ਪੌਦੇ ਹੈ ਉਹ ਸਿੱਖ ਜਗਤ ਦੇ ਲੋਕ ਲਗਾ ਰਹੇ। ਉਹਨਾਂ ਨੇ ਮੈਨੂੰ ਬੜਾ ਉਤਸ਼ਾਹ, ਬਹੁਤ ਸਾਰੇ ਗੁਰੂ ਘਰਾਂ 'ਚ, ਮੈਂ ਇੱਥੇ ਵੀ ਆਪਣੇ ਪਟਿਆਲਾ ਹੈ ਨਾ ਆਪਣਾ ਗੁਰਦੁਆਰਾ ਸਾਹਿਬ ਮੋਤੀ ਬਾਗ, ਉੱਥੋਂ ਮੈਂ ਸ਼ੁਰੂ ਕੀਤਾ ਹੈ। ਬਰਨਾਲਾ ਮੈਂ ਸ਼ੁਰੂ ਕਰ ਰੱਖਿਆ ਹੈ। ਆਪਣੇ ਪੰਜਾਬ 'ਚ ਬਹੁਤ ਗੁਰੂ ਘਰਾਂ 'ਚ ਲੱਗ ਗਿਆ। ਸਾਡੇ ਪੰਜੋਖੜਾ ਸਾਹਿਬ, ਸਾਡੇ ਮੰਜੀ ਸਾਹਿਬ, ਸਭ ਗੁਰੂ ਘਰਾਂ 'ਚ। ਹੁਣ ਲਖਨੌਰ ਸਾਹਿਬ ਅਸੀਂ ਪੇੜ ਪੌਦੇ ਲਾ ਰਹੇ ਹਾਂ। ਲੇਕਿਨ ਇਕੱਲੇ ਪੇੜ ਪੌਦੇ ਨਹੀਂ ਲਾ ਰਹੇ, ਅਸੀਂ ਨਾਲ ਦੱਸਦੇ ਹਾਂ ਕਿ ਇਹ ਪੇੜ ਇਸ ਲਈ ਹੈ, ਇਹ ਪੇੜ ਇਸ। ਹੁਣ ਕਿਸੇ ਦੀ ਸਕਿਨ ਖਰਾਬ ਹੈ, ਹੋ ਹੀ ਨਹੀਂ ਸਕਦਾ ਉਹ ਠੀਕ ਹੋ ਜਾਏ। ਮੈਂ ਕੈਮਰੇ ਤੇ ਇੱਕ ਗੱਲ ਕਹਿ ਰਿਹਾ, PGI ਦੇ ਇੱਕ ਪੈਥੋਲੋਜਿਸਟ ਮੇਰੇ ਕੋਲ ਦਬਾਲੀ ਪਿੰਡ ਤੋਂ ਇੱਕ ਬੇਟੀ ਨੂੰ ਲੈ ਕੇ ਆਏ, ਜਿਸ ਨੂੰ 1.5 ਲੱਖ ਰੁਪਏ ਦਾ ਇੰਜੈਕਸ਼ਨ ਲੱਗਦਾ ਸੀ।
ਨਹੀਂ ਸਕਿਨ ਫੜ ਗਈ। ਮੈਂ ਉਹਨਾਂ ਨੂੰ ਕਿਹਾ ਕਿ ਪਿੱਪਲ ਤੇ ਚੱਕਰਮਰਗ 2 ਬੂਟੀਆਂ, ਇਹਨਾਂ ਦਾ ਰਸ ਪੀ ਲਓ, ਅਗਰ ਕੁਝ ਹੋ ਜੇ ਮੈਂ ਜ਼ਿੰਮੇਵਾਰ ਹਾਂ। ਅੱਜ ਉਹ ਬੇਟੀ ਬਿਲਕੁਲ ਇੱਕਦਮ ਠੀਕ ਹੈ, ਬਹੁਤ ਵਧੀਆ, ਇੱਕ ਨਹੀਂ ਹਜ਼ਾਰਾਂ ਲੋਕਾਂ ਨੂੰ ਠੀਕ ਕਰ ਚੁੱਕੇ ਹਾਂ। ਜਿਹਨੂੰ ਕਿਸੇ ਨੂੰ ਸਿਸਟਮ ਟਾਹਲੀ ਦੇ ਪੱਤੇ, ਅਗਰ ਇਹ ਤਾਜ਼ੇ ਰੂਪ 'ਚ ਲਿਆ ਕੇ ਪੀਓਗੇ ਤਾਂ ਹੀ ਹੱਲ ਹੋਏਗਾ, ਜਦ ਤੁਸੀਂ ਦਵਾਈ ਬਣਾ ਕੇ ਪੀਓਗੇ ਨਹੀਂ ਹੱਲ ਹੋਏਗਾ। ਰੋਜ਼ ਤੋੜ ਕੇ ਕਹਿੰਦੇ ਪੇੜ ਤੇ ਲਓ, ਪੰਸਾਰੀ ਤੋਂ ਨਹੀਂ। ਹੁਣ ਪੰਸਾਰੀ ਕੋਲ ਪਤਾ ਨਹੀਂ ਕਦੋਂ ਦਾ ਪਿਆ, ਖੁਦ ਹੀ ਮਰ ਗਿਆ ਪੇੜ, ਉਹ ਦੂਜੇ ਨੂੰ ਕੀ ਜੀਵਿਤ ਕਰੇਗਾ। ਜਿਹੜਾ ਜੀਵਿਤ ਅਵਸਥਾ, ਸਾਇੰਟੀਫਿਕ ਰੀਜਨ ਇਹਦੇ ਪਿੱਛੇ ਇਹ ਹੈ ਕਿ ਜੋ ਤਾਜ਼ੀ ਜੜੀ ਬੂਟੀ ਹੁੰਦੀ ਉਹਦੇ ਅੰਦਰ ਪੂਰੇ ਇਨਗ੍ਰੇਡੀਐਂਟਸ ਹੁੰਦੇ ਆ, ਜੋ ਜੋ ਸੁੱਕਦੀ ਹੈ ਉਹਦੇ ਇਨਗ੍ਰੇਡੀਐਂਟਸ ਸੁੱਕ ਜਾਂਦੇ ਆ। ਹੁਣ ਆਪ ਜੀ ਦੇਖੋ, ਲక్ష్మణ ਮੂਰਛਿਤ ਹੋਏ ਤੇ ਭਗਵਾਨ ਰਾਮ ਨੇ ਤੇ ਉਹ ਵੈਦਿਆ ਨੇ ਕਿਹਾ ਕਿ ਜਾ ਕੇ ਲੈ ਕੇ ਆਓ ਬੂਟੀ। ਹੁਣ ਹਨੂਮਾਨ ਨਾ ਬੁੱਧੀ ਦੇ ਵੀ ਦਾਤਾ ਮੰਨੇ ਜਾਂਦੇ ਆ, ਬੁੱਧੀ ਦੇ ਵੀ ਤੇ ਬਲ ਦੇ ਵੀ। ਉਹ ਗਏ ਕਿਉਂਕਿ ਪਰਿਪੱਕਵ ਜੜੀ ਬੂਟੀ ਨੈਚੁਰਲ ਅਵਸਥਾ 'ਚ ਪਹਾੜ ਤੇ ਉੱਗੀ ਲੈ ਕੇ ਆ ਗਏ। ਉਹ ਕਿਉਂ ਲੈ ਕੇ ਆਏ? ਇਕੱਲਾ ਬਲ ਦਿਖਾਉਣ ਵਾਸਤੇ ਨਹੀਂ, ਤਾਂ ਕਿ ਉਹ ਤਾਜ਼ੀ ਬਣੀ ਰਵੇ। ਜਦੋਂ ਤਾਜ਼ੀ ਲਿਆ ਕੇ ਨਿਚੋੜ ਕੇ ਪਿਆਈ ਤਾਂ ਉੱਠ ਗਏ। ਹੁਣ ਉਸ ਨੂੰ ਕਿਹਾ ਰਸ। ਇਹ ਗੀਤਾ 'ਚ ਸ਼ਬਦ ਲਿਖਿਆ, ਦੇਖੋ ਗੀਤਾ 'ਚ ਕੀ ਲਿਖਿਆ, ਆਯੂ ਸਤ ਬਲ ਅਰੋਗਿਆ ਸੁਖ ਪ੍ਰੀਤੀ ਵਿਵਰਧਨਾ। ਕਹਿੰਦੇ ਜੇ ਆਯੂ ਵਧਾਉਣਾ ਚਾਹੁੰਦੇ ਹੋ, ਬਲ ਲੈਣਾ ਚਾਹੁੰਦੇ ਹੋ, ਅਰੋਗ ਰਹਿਣਾ ਚਾਹੁੰਦੇ ਹੋ, ਸੁੱਖ ਲੈਣਾ ਚਾਹੁੰਦੇ ਹੋ, ਪ੍ਰੀਤ ਲੈਣਾ ਚਾਹੁੰਦੇ ਹੋ ਤਾਂ ਕੀ ਖਾਓ? ਰਸਿਆ ਤਾਜੇ ਰਸ, ਸਨਿਗਧਾ ਘਿਓ, ਆਹਾਰਾ ਹਿਰਦੇ ਸਾਤਵਿਕ ਪ੍ਰਿਆ। ਕਹਿੰਦਾ ਸੱਚੇ ਲੋਕਾਂ ਦਾ ਖਾਣਾ ਹੈ, ਬਲਵਾਨ ਲੋਕਾਂ ਦਾ ਖਾਣਾ, ਅਰੋਗ ਲੋਕਾਂ ਦਾ ਖਾਣਾ। ਤੇ ਜੇ ਬਿਮਾਰ ਹੋਣਾ ਫਿਰ ਕੀ ਖਾਓ? ਫਿਰ ਬਹੁਤ ਸੋਹਣਾ ਸ਼ਬਦ ਲਿਖਦੇ ਆ, ਕਟੂ ਅਮਲ ਲਵਣ ਤਿਕਸ਼ਨ ਰੁਕਸ ਵਿਦਾਹੀਨ। ਕਹਿੰਦਾ ਬੜੇ ਖੱਟੇ, ਬੜੇ ਸ਼ੁਸ਼ਕ ਭੋਜਨ, ਡਰਾਈ ਕਰ ਕਰਕੇ ਭੋਜਨ ਜਿਹੜਾ ਬਣਾਉਂਦੇ ਆ। ਕਹਿੰਦਾ ਇਹ ਕੀ ਕਰਦਾ? ਆਹਾਰਾ ਰਾਜਯ ਸਿਸ਼ਟਾ, ਇਹ ਰਾਜਸੀ ਲੋਕਾਂ ਦਾ ਖਾਣਾ ਹੈ। ਹੁਣ ਤਾਂ ਬਾਹਰ ਦਾ ਕੁਛ ਹੀ ਖਾ ਲਓ ਤੇ ਬਿਮਾਰ ਹੀ ਹੋ ਜਾਓਗੇ। ਬਿਲਕੁਲ, ਬਰਗਰ ਪੀਜ਼ਾ ਖਾ ਲਓ, ਮਿਓਨੀ ਮੋਮੋਜ਼ ਖਾਈ ਜਾਂਦੇ ਲੋਕ, ਜੀ ਜੀ, ਚਿੱਟੀ ਮਿਓਨੀ ਭਰ ਭਰ ਕੇ ਉੱਤੇ ਸਾਰੀ ਦਿਹਾੜੀ। ਬਸ ਇਹਨੂੰ ਕਿਹਾ ਦੁੱਖ ਸ਼ੋਕ ਕਾਮੇ ਪ੍ਰਦਾ। ਕਹਿੰਦਾ ਇਸ ਤੋਂ ਦੁੱਖ ਆਣਗੇ, ਸ਼ੋਕ ਆਏਗਾ ਔਰ ਤੁਹਾਡਾ ਮਨ ਕਾਮ ਵਾਸਨਾ ਵੱਲ ਜਾਏਗਾ। ਤੇ ਅਗਰ ਅਸੀਂ ਆਨੰਦ ਲੈਣਾ ਹੈ, ਪਰਮਾਤਮਾ ਦਾ ਆਨੰਦ ਲੈਣਾ, ਤਾਂ ਕੁਦਰਤ ਨਾਲ ਜੁੜਨਾ ਪੈਣਾ। ਬਹੁਤ ਧੰਨਵਾਦ ਸਵਾਮੀ ਜੀ, ਤੁਸੀਂ ਆਏ, ਗੱਲਬਾਤ ਕੀਤੀ, ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।